ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਜੋ ਗੁਰ ਕਿਰਪਾ ਦੁਆਰਾ ਆਪਾਂ ਸਾਰੇ ਰਲ ਮਿਲ ਕੇ ਕਰਦੇ ਹਾਂ। ਜਿੰਨੀ ਕੁ ਸੋਝੀ ਗੁਰਬਾਣੀ ਬਖਸ਼ਦੀ ਹੈ ਉਨੀ ਕੁ ਵਿਚਾਰ ਕੀਤੀ ਜਾਂਦੀ ਹੈ। ਜੇ ਕਿਸੇ ਵੀਰ ਕੋਲ ਵੱਧ ਵਿਚਾਰ ਹੋਵੇ, ਸੋਝੀ ਹੋਵੇ, ਜ਼ਰੂਰ ਸਾਂਝੀ ਕਰੇ ਤਾਂ ਕਿ ਭਲਾ ਹੋ ਸਕੇ। ਜਬ ਲਗ ਦੁਨੀਆ ਰਹੀਏ ਨਾਨਕ, ਕਿਛ ਸੁਣੀਏ ਕਿਛ ਕਹੀਏ। ਇਹ ਮੇਰੇ ਮਨਾਂ ਇਸ ਗੱਲ ਨੂੰ ਦ੍ਰਿੜ ਕਰਕੇ ਰੱਖ ਕਿ ਕੁਛ ਸੁਣਦਾ ਵੀ ਰਹਿ ਤੇ ਕੁਛ ਕਹਿੰਦਾ ਵੀ ਰਹਿ। ਜੇ ਸੁਣਨ ਦੀ ਆਦਤ ਹੋਵੇਗੀ ਤਾਂ ਹਉਮੈ ਖਤਮ ਹੋਵੇਗੀ, ਜੇ ਕਹਿਣ ਦੀ ਆਦਤ ਹੋਵੇਗੀ ਤਾਂ ਸੁਗਿਆਨ 'ਚ ਵਾਧਾ ਹੋਵੇਗਾ। ਸੋ ਇਹ ਬਹੁਤ ਜ਼ਰੂਰੀ ਹੈ ਗੁਰਮਤਿ ਦੇ ਅੰਦਰ। ਅੱਜ ਦਾ ਜੋ ਸਾਹਿਬ ਦਾ ਫਰਮਾਨ ਹੈ, ਜਿਸ ਦੀ ਵਿਚਾਰ ਆਪਾਂ ਅੱਜ ਕਰਾਂਗੇ, ਪਾਤਸ਼ਾਹ ਕਹਿੰਦੇ ਹੈ, ਅਸੰਖ ਮੋਨ ਲਿਵ ਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਬਾਰ, ਜੋ ਤੁਧ ਭਾਵੈ ਸਾਈ ਭਲੀ ਕਾਰ। ਤੂੰ ਸਦਾ ਸਲਾਮਤ ਨਿਰੰਕਾਰ। ਸੋ ਪਾਤਸ਼ਾਹ ਜੀ ਆਖਦੇ ਹਨ ਕਿ ਇੱਕ ਐਸਾ ਫਿਰਕਾ ਹੈ, ਐਸੇ ਧਾਰਮਿਕ ਲੋਕ ਹਨ ਜਿਨ੍ਹਾਂ ਨੂੰ ਮੋਨੀ ਆਖਿਆ ਜਾਂਦਾ ਹੈ। ਭਾਵ ਕਿ ਉਹ ਆਪਣੇ ਮੂੰਹੋਂ ਨਹੀਂ ਬੋਲਦੇ, ਜੋ ਵੀ ਸੰਸਾਰ 'ਚ ਵਸਤੂ ਮੰਗਦੇ ਆ ਉਹ ਲਿਖ ਕੇ ਦਿੰਦੇ ਆ ਜਾਂ ਇਸ਼ਾਰੇ ਨਾਲ ਸਮਝਾ ਦਿੰਦੇ ਆ। ਉਹਨਾਂ ਦੀ ਮਾਨਤਾ ਇਹੀ ਹੈ ਕਿ ਜੇ ਅਸੀਂ ਮੁੱਖੋਂ ਨਹੀਂ ਕੁਝ ਬੋਲਾਂਗੇ ਤਾਂ ਸਾਨੂੰ ਪ੍ਰਾਪਤੀ ਹੈ। ਤੇ ਸੰਸਾਰ ਦੇ ਅੰਦਰ ਉਹਨਾਂ ਲੋਕਾਂ ਦੀ ਕਾਫੀ ਪੂਜਾ ਪ੍ਰਤਿਸ਼ਠਾ ਵੀ ਹੈ, ਪਰ ਅੱਜ ਘੱਟ ਹੈ। ਉਹਨਾਂ ਵੇਲਿਆਂ ਦੇ ਵਿੱਚ ਇਹ ਜਮਾਤ ਬੜੀ ਜ਼ਿਆਦਾ ਮਸ਼ਹੂਰ ਸੀ, ਜਿਵੇਂ ਜੋਗੀ ਸਨ, ਸਿੱਧ ਸਨ, ਉਦਾਸੀ ਸਨ, ਸਰੇਵੜੇ ਸਨ। ਇਸੇ ਤਰ੍ਹਾਂ ਹੀ ਇੱਕ ਇਹ ਜਮਾਤ ਸੀ ਮੋਨੀਆਂ ਦੀ, ਵੀ ਇਹ ਚੁੱਪ ਹੀ ਰਹਿੰਦੇ ਸੀ ਤੇ ਬੈਠੇ ਰਹਿੰਦੇ ਸੀ। ਲੋਕ ਕਹਿੰਦੇ ਸੀ ਵੀ ਇਹਨਾਂ ਦੀ ਸਮਾਧੀ ਲੱਗੀ ਹੋਈ ਹੈ, ਵੀ ਇਹ ਤਾਂ ਕਿਸੇ ਨੂੰ ਬੋਲਦੇ ਹੀ ਨਹੀਂ। ਪਰ ਪਰਮੇਸ਼ਰ ਦੇ ਭਾਣੇ ਤੋਂ ਉਲਟ ਹੈ। ਸੋ ਜੋ ਮੂੰਹੋਂ ਕੁਝ ਬੋਲਦੇ ਹੀ ਨਹੀਂ, ਚੁੱਪ ਕਰਕੇ ਬੈਠੇ ਰਹਿੰਦੇ ਸੀ। ਸੋ ਉਹਨਾਂ ਦਾ ਇਹੀ ਮੰਨਣਾ ਸੀ ਵੀ ਸਾਡੀ ਹੈ ਜਿਹੜੀ ਲਿਵ ਹੈ, ਉਹ ਤਾਰ ਹੈ, ਉਹ ਜੁੜੀ ਹੋਈ ਹੈ। ਪਰ ਜਿਹੜੀ ਗੁਰਮਤਿ ਹੈ, ਉਹਨਾਂ ਨੇ ਜਾ ਕੇ ਪੁਰਖਾਂ ਨੇ ਸਮਝਾਇਆ ਉਹਨਾਂ ਨੂੰ ਵੀ ਇਹ ਗੱਲ ਤੁਹਾਡੀ ਠੀਕ ਹੈ, ਵੀ ਚੁੱਪ ਜ਼ਰੂਰ ਰਹਿਣਾ ਤੇ ਲਿਵ ਵੀ ਜ਼ਰੂਰ ਲਾਉਣੀ ਹੈ। ਪਰ ਤੁਹਾਡਾ ਜਿਹੜਾ ਇਹ ਮਾਰਗ ਹੈ, ਇਹ ਰਸਤਾ ਗਲਤ ਹੈ। ਮੰਜ਼ਿਲ ਠੀਕ ਹੈ, ਚੁੱਪ ਰਹਿਣਾ ਜ਼ਰੂਰ ਹੈ। ਮਨ ਦਾ ਚੁੱਪ ਹੋਣਾ ਬਹੁਤ ਜ਼ਰੂਰੀ ਹੈ, ਸੁੰਨ ਹੋਣਾ ਬਹੁਤ ਜ਼ਰੂਰੀ ਹੈ। ਪਰ ਤੁਸੀਂ ਉਲਟ ਕਰਦੇ ਹੋ। ਤੁਸੀਂ ਮੂੰਹੋਂ ਚੁੱਪ ਕਰਨਾ ਠੀਕ ਸਮਝ ਲਿਆ, ਪਰ ਮੂੰਹੋਂ ਤਾਂ ਚੁੱਪ ਨਹੀਂ ਸੀ ਕਰਨਾ। ਮੂੰਹੋਂ ਚੁੱਪ ਤਾਂ ਬਥੇਰੀਆਂ ਜੂਨਾਂ ਪਹਿਲਾਂ ਭੁਗਤ ਚੁੱਕੇ ਹੋ ਤੁਸੀਂ। ਉਹ ਤਾਂ ਤੁਹਾਨੂੰ ਸਾਰਾ ਤਜਰਬਾ ਹੈਗਾ। ਹੁਣ ਤਾਂ ਤੁਹਾਨੂੰ ਪਾਤਸ਼ਾਹ ਨੇ ਬੋਲਣ ਵਾਸਤੇ ਮੂੰਹ ਵੀ ਦਿੱਤਾ, ਬੁੱਧੀ ਵੀ ਦਿੱਤੀ ਹੈ, ਅਕਲ ਵੀ ਹੈ, ਸਾਰਾ ਕੁਛ ਹੈ, ਬੋਲਣਾ ਵੀ ਹੈ। ਪਰ ਬੋਲਣਾ ਕੀ ਹੈ, ਉਹ ਤੁਹਾਨੂੰ ਜ਼ਰੂਰ ਸਿੱਖਣਾ ਚਾਹੀਦਾ ਸੀ। ਤਾਂ ਹੀ ਪਾਤਸ਼ਾਹ ਨੇ ਕਿਹਾ ਬੋਲੀ ਹੈ ਸੱਚ। ਜੇ ਹੁਣ ਤੁਸੀਂ ਮੋਨੀ ਹੋਗੇ, ਚੁੱਪ ਹੀ ਹੋਗੇ, ਫਿਰ ਤੁਸੀਂ ਸੱਚ ਵੀ ਨਹੀਂ ਬੋਲੋਗੇ। ਇਹ ਤਾਂ ਪਰਮੇਸ਼ਰ ਦੀ ਦਰਗਾਹ 'ਚ ਪ੍ਰਵਾਨਿਤ ਨਹੀਂ ਹੋਵੋਗੇ। ਆਏ ਤਾਂ ਹਾਂ ਪਰਮੇਸ਼ਰ ਦੀ ਦਰਗਾਹ ਦੇ ਅੰਦਰ ਪ੍ਰਵਾਨ ਹੋਣ ਵਾਸਤੇ, ਤੇ ਦਰਗਾਹ ਦੇ ਅੰਦਰ ਪ੍ਰਵਾਨ ਤਾਂ ਹੋਇਆ ਜਾਊਗਾ ਜੇ ਸੱਚ ਬੋਲ ਹੋਊਗਾ। ਹੁਣ ਸੱਚ ਤਾਂ ਕੁਝ ਬੋਲੇ ਹੀ ਨਹੀਂ। ਜਿਉਂ ਬੁਲਾਵ ਹੈ ਤਿਉਂ ਬੋਲੇ ਸੁਆਮੀ। ਉਹ ਤਾਂ ਕਹਿੰਦੇ ਵੀ ਜਿਵੇਂ ਤੂੰ ਬੁਲਾਵੇਂ ਅਸੀਂ ਉਵੇਂ ਬੋਲਾਂਗੇ। ਗੁਰਮਤਿ ਇਹ ਗੱਲ ਕਹਿੰਦੀ ਹੈ। ਮੋਨੀ ਕਹਿੰਦੇ ਸੀ ਚੁੱਪ ਰਹੋ,
ਇਹ ਦੋਨਾਂ ਚੀਜ਼ਾਂ ਦਾ ਫਰਕ ਹੈ। ਉਹ ਕਹਿੰਦੇ ਸੀ ਚੁੱਪ ਰਹਿਣ ਨਾਲ ਲਿਵ ਜੁੜਦੀ ਹੈ, ਗੁਰਮੁਖ ਆਖਦੇ ਨੇ ਬੋਲਣ ਨਾਲ ਲਿਵ ਜੁੜਦੀ ਹੈ। ਜਿੰਨਾ ਚਿਰ ਤੁਸੀਂ ਬੋਲਦੇ ਹੋ, ਸੱਚ ਬੋਲਦੇ ਹੋ, ਸਮਝ ਲਓ ਲਿਵ ਜੁੜੀ ਹੋਈ ਹੈ। ਜਦੋਂ ਤੁਸੀਂ ਸੱਚ ਨਹੀਂ ਬੋਲਦੇ ਉਦੋਂ ਲਿਵ ਟੁੱਟੀ ਹੋਈ ਹੈ। ਕੁਛ ਹੱਦ ਤੱਕ ਮੂੰਹੋਂ ਚੁੱਪ ਕਰਨਾ ਠੀਕ ਹੈ ਕਿ ਜਿਹੜੀ ਗੱਲ ਦਾ ਨਹੀਂ ਪਤਾ ਉਹ ਨਹੀਂ ਬੋਲਣੀ ਚਾਹੀਦੀ। ਜਦੋਂ ਪਤਾ ਹੀ ਨਹੀਂ ਕਿਸੇ ਗੱਲ ਦੀ, ਕੋਈ ਤਸੱਲੀ ਨਹੀਂ, ਉਹ ਗੱਲ ਨਹੀਂ ਕਹਿਣੀ ਚਾਹੀਦੀ। ਉਹਦੀ ਪਹਿਲਾਂ ਪੂਰੀ ਵਿਚਾਰ ਕਰ ਲੈਣੀ ਚਾਹੀਦੀ ਹੈ, ਪੂਰੀ ਤਸੱਲੀ ਕਰ ਲੈਣੀ ਚਾਹੀਦੀ ਹੈ, ਫਿਰ ਉਹ ਗੱਲ ਬੋਲਣੀ ਚਾਹੀਦੀ ਹੈ। ਇੱਥੋਂ ਤੱਕ ਦਾ ਹੈ ਠੀਕ। ਪਰ ਜੇ ਇਹਨੂੰ ਧਰਮ ਬਣਾ ਕੇ ਚੱਲ ਪੈਣਾ ਤਾਂ ਉਹ ਠੀਕ ਨਹੀਂ ਹੈ। ਪਰ ਜ਼ਰੂਰੀ ਹੈ ਕਿ ਮਨ ਹੈ ਜਿਹੜਾ ਸਾਡਾ, ਇਹ ਚੁੱਪ ਕਰੇ। ਜੇ ਮਨ ਅੰਦਰੋਂ ਚੁੱਪ ਕਰਦਾ, ਮਨ ਦੇ ਅੰਦਰੋਂ ਮਾਇਆ ਦੇ ਫੁਰਨੇ ਰੁਕਦੇ ਤੇ ਜਿਹੜੇ ਸੱਚ ਵਾਲੇ ਫੁਰਨੇ ਆ ਸ਼ੁਰੂ ਹੁੰਦੇ, ਤੇ ਫਿਰ ਇਹ ਸੱਚ ਵਾਲੇ ਪਾਸਿਓਂ ਬੋਲੂਗਾ, ਮਾਇਆ ਵਾਲੇ ਪਾਸਿਓਂ ਚੁੱਪ ਕਰ ਜਾਊਗਾ। ਹੁਣ ਹੇ ਮੇਰੇ ਮਨਾ, ਤੇਰੀ ਹਾਲਤ ਕੀ ਹੈ? ਤੂੰ ਸੱਚ ਵਾਲੇ ਪਾਸਿਓਂ ਚੁੱਪ ਹੈ, ਝੂਠ ਵਾਲੇ ਪਾਸਿਓਂ ਤੂੰ ਰੌਲਾ ਪਾਉਣਾ। ਉੱਚਾ ਕੂਕ ਹੈ, ਵਾਧਾ ਭਾਵ ਹੈ, ਜੋਧਾਂ ਕਾ ਵਿਚਾਰ, ਬੜੀਆਂ ਉੱਚੀਆਂ ਉੱਚੀਆਂ ਕਥਾ ਕਹਾਣੀਆਂ ਸੁਣਾਉਣਾ, ਬੜਾ ਉੱਚੀ ਉੱਚੀ ਬੋਲ ਕੇ ਸ਼ਬਦ ਪੜ੍ਹਦੇ। ਕਿਹਨੂੰ ਸੁਣਾਉਣਾ? ਸੁਣਨਾ ਤਾਂ ਤੂੰ ਖੁਦ ਆਪ ਹੈ, ਆਪ ਤੂੰ ਕੁਝ ਸੁਣ ਨਹੀਂ ਰਿਹਾ, ਬੜੇ ਜ਼ੋਰ ਸ਼ੋਰ ਨਾਲ ਪ੍ਰਚਾਰ ਕਰਦਾ ਤੇ ਉਹ ਪ੍ਰਚਾਰ ਨੂੰ ਆਪ ਵੀ ਮੰਨ। ਪਰ ਜੇ ਸਾਡੇ ਮਨ ਦੇ ਅੰਦਰ ਮਾਇਆ ਦੀ ਭੁੱਖ ਜਿਉਂਦੀ ਤਿਉਂ ਹੀ ਰਹੇ, ਮੁੱਖੋਂ ਅਸੀਂ ਕਰ ਜੀਏ ਚੁੱਪ, ਤੇ ਫਿਰ ਪ੍ਰਾਪਤੀ ਨਹੀਂ। ਜੇ ਮੁੱਖੋਂ ਚੁੱਪ ਕੀਤਿਆਂ ਪ੍ਰਾਪਤੀ ਹੁੰਦੀ ਤਾਂ ਫਿਰ ਜਿਹੜੇ ਗੂੰਗੇ ਹੈ ਉਹਨਾਂ ਨੂੰ ਤਾਂ ਹੋ ਜਾਣੀ ਚਾਹੀਦੀ, ਉਹ ਤਾਂ ਬੋਲਦੇ ਨਹੀਂ। ਫਿਰ ਤਾਂ ਉਹ ਸਿੱਧੇ ਹੀ ਸੱਚਖੰਡ ਨੂੰ ਜਾਣਗੇ ਵੀ ਜੀ ਅਸੀਂ ਤਾਂ ਬੋਲੇ ਹੀ ਨਹੀਂ ਹੈਗੇ, ਸਾਨੂੰ ਤਾਂ ਪ੍ਰਾਪਤੀ ਹੈ। ਉਹ ਇਹ ਵੀ ਕਹਿ ਸਕਦੇ ਆ ਵੀ ਸਾਨੂੰ ਤਾਂ ਜੀ ਬੋਲਣ ਦਾ ਟਾਈਮ ਹੀ ਨਹੀਂ ਮਿਲਿਆ, ਤੁਸੀਂ ਤਾਂ ਕਿਹਾ ਸੀ ਵੀ ਸੱਚ ਬੋਲੇ ਹੋ, ਫਿਰ ਸਾਡੇ ਕੋਲ ਤਾਂ ਜ਼ੁਬਾਨ ਹੈ ਨਹੀਂ, ਅਸੀਂ ਤਾਂ ਜ਼ੁਬਾਨ ਨਾਲ ਬੋਲ ਹੀ ਨਹੀਂ ਸਕੇ, ਫਿਰ ਅਸੀਂ ਸੱਚ ਨਹੀਂ ਬੋਲਿਆ। ਜੇ ਸਾਡੇ ਕੋਲ ਜ਼ੁਬਾਨ ਹੁੰਦੀ ਸੱਚ ਬੋਲਦੇ, ਸਾਨੂੰ ਸੱਚਖੰਡ 'ਚ ਬਣ ਦਿਓ, ਫਿਰ ਵੀ ਨਹੀਂ ਉਹਨਾਂ ਨੂੰ ਰੋਕ ਲਾ ਦੇਣੀ ਹੈ ਸੱਚਖੰਡ ਵਾਲਿਆਂ ਨੇ। ਵੀ ਬੋਲਣਾ ਕੀ ਨੇ? ਸਾਰਾ ਕੁਛ ਗੁਰਬਾਣੀ 'ਚ ਪਾਤਸ਼ਾਹ ਨੇ ਦੱਸਿਆ ਕਿ ਜ਼ਰੂਰੀ ਨਹੀਂ ਤੁਸੀਂ ਮੂੰਹੋਂ ਬੋਲ ਕੇ ਸੱਚ ਬੋਲ ਸਕਦੇ। ਬੋਲਦੀ ਆਤਮਾ ਹੈ। ਆਤਮਾ ਨੇ ਬੋਲਣਾ ਸੱਚ, ਮੂੰਹੋਂ ਤਾਂ ਸ਼ਬਦ ਬਣਾਇਆ ਜਾਂਦਾ। ਬਥੇਰੇ ਲੋਕ ਨੇ ਇਸ ਧਰਤੀ ਦੇ ਉੱਪਰ ਹੋ ਚੁੱਕੇ ਜਿਹੜੇ ਮੂੰਹੋਂ ਨਹੀਂ ਸੀ ਬੋਲ ਸਕਦੇ, ਪਰ ਉਹ ਸੱਚ ਬੋਲ ਕੇ ਗਏ। ਉਹਨਾਂ ਨੇ ਸੱਚ ਦੀ ਗਵਾਹੀ ਦਿੱਤੀ ਹੈ, ਪਰ ਮੂੰਹੋਂ ਨਹੀਂ ਸੀ ਬੋਲ ਸਕਦੇ। ਕਾਰਨ ਹੈ ਸਰੀਰਕ ਕੋਈ ਪ੍ਰੋਬਲਮ ਹੋ ਸਕਦੀ ਹੈ, ਨਹੀਂ ਬੋਲੇ, ਪਰ ਆਤਮਿਕ ਤੌਰ ਤੇ ਗਵਾਹੀ ਦਿੱਤੀ ਜਾਂਦੀ ਹੈ। ਸੱਚਖੰਡ ਆਤਮਾ ਨੂੰ ਸੱਚ ਵਾਲੇ ਪਾਸਿਓਂ ਦੇਖਦਾ, ਅਸੀਂ ਸਰੀਰ ਵਾਲੇ ਪਾਸਿਓਂ ਦੇਖਦੇ ਹਾਂ। ਬਸ ਇਹ ਫਰਕ ਹੈ। ਸੂਰਦਾਸ ਜੀ ਪਾਤਸ਼ਾਹ ਦੀ ਨੇਤਰ ਅੱਖਾਂ ਨਹੀਂ ਸੀਗੀ, ਉਹ ਪ੍ਰਵਾਨਿਤ ਨੇ। ਬੁਢਾਪੇ ਦੇ ਵਿੱਚ ਜਾ ਕੇ ਬੋਲਿਆ ਨਹੀਂ ਜਾਂਦਾ, ਸਾਹ ਚੜ ਜਾਂਦਾ, ਉਦੋਂ ਲਿਖ ਕੇ ਦੇ ਦਿਓ। ਇਤਿਹਾਸ ਮੁਤਾਬਕ ਦੱਸਦੇ ਆ ਵੀ ਸ੍ਰੀ ਰਵਿਦਾਸ ਜੀ ਪਾਤਸ਼ਾਹ ਦੀ 160 ਸਾਲ ਦੀ ਉਮਰ ਹੈ। ਹੁਣ 160 ਸਾਲ ਦਾ ਬੰਦਾ ਬੋਲਣ ਨੂੰ ਸਮਰੱਥ ਹੁੰਦਾ,
ਪਰ ਉਹ ਉਸ ਵੇਲੇ ਸੱਚ ਲਿਖ ਕੇ ਦੇ ਦਿੰਦੇ ਸੀਗੇ। ਬੋਲ ਭਾਵੇਂ ਨਹੀਂ ਹੁੰਦਾ, ਲਿਖ ਕੇ ਦੱਸ ਦਿਓ। ਸੱਚ ਹੀ ਲਿਖਣਾ ਹੈ, ਗੁਰਬਾਣੀ ਲਿਖ ਕੇ ਹੀ ਦਿੱਤੀ ਗਈ ਹੈ। ਗੱਲ ਸੱਚ ਤੇ ਪਹਿਰਾ ਦੇਣ ਦੀ ਹੈ। ਸਰੀਰਕ ਹਾਲਾਤ ਜਿਹੋ ਜਿਹੇ ਮਰਜ਼ੀ ਹੋਣ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਲਾਈ ਜਾਂਦੀ ਹੈ ਸਰੀਰ ਤੋਂ, ਸਿਰ ਤੋਂ, ਉਹ ਵੀ ਸੱਚ ਬੋਲਦੇ। ਬੰਦ ਕੱਟੇ ਜਾ ਰਹੇ ਨੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਸੱਚ ਬੋਲਦੇ। ਬੋਲਣਾ ਹੈ ਸੱਚ, ਲਿਖ ਕੇ ਦੇ ਦਿਓ ਸੱਚ। ਲਿਖਿਆ ਹੋਇਆ ਪ੍ਰੂਫ ਪਿਆ, ਬੋਲਿਆ ਹੋਇਆ ਪ੍ਰੂਫ ਪਿਆ। ਪਾਤਸ਼ਾਹ ਕਹਿੰਦੇ ਸੱਚ ਬੋਲੋ, ਚੁੱਪ ਨਾ ਕਰੋ। ਜੇ ਚੁੱਪ ਕਰਨਾ ਹੀ ਹੈ ਤਾਂ ਮਨ ਨੂੰ ਚੁੱਪ ਕਰਾਓ ਮਾਇਆ ਵਾਲੇ ਪਾਸੇ। ਤੁਸੀਂ ਮਾਇਆ ਵਾਲੇ ਪਾਸੇ ਹੋ ਤਾਂ ਮਨ ਨੂੰ ਅੰਦਰ ਇੱਛਾ ਤਾਂ ਉਹੀ ਖੜੀ ਹੈ। ਸੋ ਇਹ ਗੱਲ ਗੁਰਮਤਿ ਵਿੱਚ ਵੀ ਹੈ, ਪਰ ਮਨ ਨੂੰ ਚੁੱਪ ਕਰਾਉਣ ਦੀ, ਕਿ ਮਨ ਮਾਇਆ ਵਾਲੇ ਪਾਸਿਓਂ ਚੁੱਪ ਰਹੇ ਤੇ ਸੱਚ ਵਾਲੇ ਪਾਸਿਓਂ ਬੋਲੇ। ਜਿਵੇਂ ਗੁਰਬਾਣੀ 'ਚ ਪਾਤਸ਼ਾਹ ਕਹਿੰਦੇ ਆ, ਪੜ੍ਹ ਪੜ੍ਹ ਪੰਡਤ ਮੋਨੀ ਥੱਕੇ, ਦੂਜੇ ਭਾਏ ਪਤ ਖੋਏ। ਹੁਣ ਪੜ੍ਹ ਪੜ੍ਹ ਪੰਡਤ, ਪੰਡਤ ਨੇ ਕੀ ਕੀਤਾ? ਉਹਨੇ ਪੜ੍ਹਨ ਨੂੰ ਹੀ ਸਾਰਾ ਕੁਝ ਮੰਨ ਲਿਆ ਵੀ ਪੜ੍ਹਨਾ ਹੀ ਬਹੁਤ ਜ਼ਰੂਰੀ ਹੈ, ਕਿ ਪੜ੍ਹ ਕੇ ਹੀ ਸਾਰਾ ਕੁਝ ਮਿਲਦਾ ਹੈ। ਦੂਸਰੇ ਪਾਸੇ ਮੋਨੀ ਸੀ, ਉਹ ਕਹਿੰਦੇ ਪੜ੍ਹਨ ਦਾ ਕੋਈ ਫਾਇਦਾ ਨਹੀਂ, ਵੀ ਚੁੱਪ ਰਹੋ ਬਸ। ਜਦੋਂ ਮੰਦਾ ਚੰਗਾ ਪੜ੍ਹਨਾ ਹੀ ਨਹੀਂ, ਕਿਸੇ ਨੂੰ ਕਹਿਣਾ ਹੀ ਨਹੀਂ। ਪਾਤਸ਼ਾਹ ਕਹਿੰਦੇ ਪੜ੍ਹ ਪੜ੍ਹ ਪੰਡਤ ਮੋਨੀ ਥੱਕੇ, ਕਹਿੰਦੇ ਦੋਨੇ ਥੱਕ ਗਏ। ਨਾ ਤਾਂ ਉਹ ਪੰਡਤ ਪੜ੍ਹਨ ਵਾਲਾ ਪ੍ਰਵਾਨ ਕੀਤਾ ਤੇ ਨਾ ਚੁੱਪ ਕਰਨ ਵਾਲਾ ਪ੍ਰਵਾਨ ਕੀਤਾ। ਕਿਉਂ? ਕਿਉਂਕਿ ਦੋਨਾਂ ਦੇ ਅੰਦਰ ਕੀ ਸੀ? ਦੂਜੇ ਭਾਏ, ਦੂਜੀ ਭੁੱਖ ਸੀ ਉਹਨਾਂ ਦੇ ਅੰਦਰ। ਪੜ੍ਹਨ ਵਾਲਿਆਂ ਦੇ ਅੰਦਰ ਭੁੱਖ ਹੈ ਕਿ ਗੁਰਬਾਣੀ ਪੜ੍ਹਾਂਗੇ, 4 ਪੈਸੇ ਆਉਣਗੇ, ਪ੍ਰਚਾਰ ਕਰਾਂਗੇ, ਲੋਕ ਮੱਥਾ ਟੇਕਣਗੇ। ਦੂਜੀ ਭੁੱਖ ਹੈ ਨਾਲ। ਇਹ ਭੁੱਖ ਨਹੀਂ ਹੈ ਕਿ ਗੁਰਬਾਣੀ ਤੋਂ ਸੋਝੀ ਪ੍ਰਾਪਤ ਕੀਤੀ ਹੈ, ਦੂਜੇ ਨੂੰ ਸੋਝੀ ਕਰਵਾਈਏ। ਔਰ ਦੂਜਿਆਂ ਨੂੰ ਜਦੋਂ ਸੋਝੀ ਕਰਵਾ ਰਿਹਾ, ਨਾਲ ਦੀ ਨਾਲ ਉਹਨਾਂ ਨੂੰ ਪੁੱਛੀਏ ਵੀ ਭਾਈ ਤੁਹਾਨੂੰ ਸੋਝੀ ਆ ਵੀ ਰਹੀ ਹੈ ਕਿ ਨਹੀਂ ਆ ਰਹੀ। ਜੇ ਨਹੀਂ ਆ ਰਹੀ ਤਾਂ ਦੁਬਾਰਾ ਪੁੱਛੋ। ਕਿਉਂ ਨਹੀਂ ਪੁੱਛਦੇ ਫਿਰ ਤੁਸੀਂ? ਇੱਕ ਵਿਦਿਆਰਥੀਆਂ ਨੂੰ ਟੀਚਰ ਪੜ੍ਹਾ ਰਿਹਾ, ਉਹ ਵਾਰ-ਵਾਰ ਉਹਨਾਂ ਨੂੰ ਪੁੱਛਦਾ ਵੀ ਜਿਹੜੀ ਗੱਲ ਦੀ ਨਹੀਂ ਸਮਝ ਲੱਗ ਰਹੀ ਪੁੱਛੋ। ਤੁਹਾਡਾ ਸਾਲ ਬੜਾ ਕੀਮਤੀ ਹੈ। ਜੇ ਤੁਸੀਂ ਸਹੀ ਤਰੀਕੇ ਨਾਲ ਮੇਰੀ ਗੱਲ ਨੂੰ ਨਾ ਸਮਝ ਸਕੇ, ਤਾਂ ਜੇ ਤੁਹਾਨੂੰ ਗਲਤ ਸਮਝ ਆ ਗਈ ਤਾਂ ਤੁਸੀਂ ਗਲਤ ਹੀ ਲਿਖ ਦੇਣਾ ਪੇਪਰ 'ਚ। ਅਤੇ ਜਦੋਂ ਤੁਹਾਡਾ ਪੇਪਰ 'ਚ ਗਲਤ ਲਿਖਿਆ ਗਿਆ, ਜਦੋਂ ਤੁਹਾਨੂੰ ਨੰਬਰ ਆਏ, ਫਿਰ ਉੱਥੇ ਮੈਂ ਕੁਛ ਨਹੀਂ ਕਰ ਸਕਦਾ। ਫਿਰ ਤੁਸੀਂ ਫੇਲ ਹੋ ਜਾਵੋਗੇ, ਤੁਹਾਡਾ ਸਾਲ ਖਰਾਬ ਹੋਊਗਾ। ਇਸੇ ਤਰ੍ਹਾਂ ਹੀ ਹੇ ਮੇਰੇ ਮਨਾ, ਤੇਰੀ ਆ ਜ਼ਿੰਦਗੀ ਦੀ ਲਾਸਟ ਵਾਰੀ ਹੈ, ਆ ਮਨੁੱਖਾ ਤਨ ਲਾਸਟ ਵਾਰੀ ਹੈ। ਜੇ ਤੂੰ ਗਲਤ ਸਮਝ ਕੇ ਕੁਛ ਲਿਖ ਲਿਆ, ਸਬਜੈਕਟ ਤੇਰੇ ਕੋਲ ਗੁਰਬਾਣੀ ਹੈ, ਗੁਰਬਾਣੀ ਤੋਂ ਬਾਹਰ ਇੱਕ ਵੀ ਚੀਜ਼ ਤੂੰ ਆਪਣੇ ਹਿਰਦੇ ਰੂਪੀ ਫੱਟੀ ਦੇ ਉੱਪਰ ਨਹੀਂ ਲਿਖਣੀ, ਭਾਵੇਂ ਕੋਈ ਜਿੰਨਾ ਮਰਜ਼ੀ ਕਹਿੰਦਾ ਹੋਵੇ। ਜੋ ਸ਼ਬਦ ਗੁਰਬਾਣੀ 'ਚ ਆਇਆ ਉਹ ਹਿਰਦੇ 'ਚ ਉਹੀ ਲਿਖਣੇ। ਹਿਰਦੇ ਹੀ ਲਿਖ ਲਿਓ, ਹਿਰਦੇ ਵਿੱਚ ਉਹੀ ਕੁਛ ਲਿਖਣਾ ਜੋ ਗੁਰਬਾਣੀ ਪ੍ਰਵਾਨਿਤ ਹੈ। ਗੁਰਬਾਣੀ ਤੋਂ ਬਾਹਰਲੀ ਕੋਈ ਗੱਲ ਨਹੀਂ ਲਿਖਣੀ। ਜੋ ਸਬਜੈਕਟ ਵਿੱਚ ਹੈ, ਸਿਲੇਬਸ ਵਿੱਚ ਹੈ, ਉਹਦੇ 'ਚੋਂ ਹੀ ਪੇਪਰ ਦੇਣ ਦਾ ਫਾਇਦਾ ਹੈ, ਬਾਹਰੋਂ ਪੇਪਰ ਦੇਣ ਦਾ ਫਾਇਦਾ ਨਹੀਂ ਹੈ। ਅੱਜ ਸਾਡੇ ਸਿੱਖ ਮੱਤ ਦੇ ਅੰਦਰ ਸਾਰਾ ਕੁਝ ਹੀ ਬਾਹਰੋਂ ਪੇਪਰ ਦਿੱਤਾ ਜਾ ਰਿਹਾ। ਪੜ੍ਹੀ ਗੁਰਬਾਣੀ ਜਾਂਦੀ ਹੈ, ਸਬਜੈਕਟ ਗੁਰਬਾਣੀ ਪੜ੍ਹ ਹੁੰਦਾ, ਪਰ ਪ੍ਰਚਾਰ, ਜਿਹਨੂੰ ਇਹ ਪ੍ਰਚਾਰ ਕਹਿ ਰਹੇ, ਉਹ ਸਾਰਾ ਹੀ ਦੂਜੀਆਂ ਮੱਤਾਂ ਦਾ ਕਰਦੇ। ਦੂਜੀਆਂ ਮੱਤਾਂ ਵਾਲੇ ਸ਼ਬਦ ਨੇ, ਦੂਜੀਆਂ ਮੱਤਾਂ ਦੀਆਂ ਉਦਾਹਰਨਾਂ ਨੇ। ਗੁਰਬਾਣੀ 'ਤੇ ਭਰੋਸਾ ਨਹੀਂ ਹੈ। ਸਗੋਂ ਦੂਜੀਆਂ ਮੱਤਾਂ ਵਾਲਿਆਂ ਨੂੰ ਤਾਂ ਜਾ ਕੇ ਦੱਸਣਾ ਸੀ ਵੀ ਭਾਈ ਤੁਹਾਡੀਆਂ ਜਿਹੜੀਆਂ ਮੱਤਾਂ ਨੇ ਉਹਨਾਂ ਵਿੱਚ ਆਹ ਕਮੀ ਹੈ। ਅਸਲ ਮੱਤ ਗੁਰਬਾਣੀ ਹੈ,
ਇਹ ਕੋਈ ਸਾਡੀ ਕੱਲਿਆਂ ਦੀ ਨਹੀਂ, ਪੂਰੀ ਮਨੁੱਖਤਾ ਦੀ ਹੈ। ਤੁਸੀਂ ਵੀ ਸਾਡੇ ਪਰਿਵਾਰਕ ਮੈਂਬਰ ਹੋ, ਜੋਤ ਕਰਕੇ। ਆਪਾਂ ਸਾਰਿਆਂ ਨੇ ਆ ਜੋ ਗੁਰਬਾਣੀ 'ਚ ਪਾਤਸ਼ਾਹ ਨੇ ਸਬਜੈਕਟ ਦਿੱਤਾ ਹੈ, ਆਪਾਂ ਨੇ ਇਸ ਸਬਜੈਕਟ ਨੂੰ ਕਲੀਅਰ ਕਰਨਾ ਹੈ। ਆਪਣੇ ਕੋਲ ਆ ਲਾਸਟ ਵਾਰੀ ਹੈ। ਇੱਧਰ ਨੂੰ ਤਾਂ ਅਸੀਂ ਜਾ ਹੀ ਨਹੀਂ ਰਹੇ, ਅਸੀਂ ਜਾ ਰਹੇ ਹਾਂ ਫਿਰਕਾ ਪ੍ਰਸਤੀ ਵੱਲ। ਸਿੱਖਾਂ ਦੇ ਗੁਰੂ, ਇੱਥੋਂ ਹੀ ਸਾਡੀ ਫਿਰਕਾ ਪ੍ਰਸਤੀ ਸ਼ੁਰੂ ਹੈ। ਦੁਵਿਧਾ ਸ਼ੁਰੂ ਹੈ, ਈਰਖਾ ਸ਼ੁਰੂ ਹੈ। ਗੁਰੂ ਕਿਸੇ ਦਾ ਨਹੀਂ ਹੁੰਦਾ, ਗੁਰੂ ਸਭ ਦਾ ਹੀ ਹੁੰਦਾ। ਸਿੱਖ ਉਹ ਹੁੰਦਾ ਜਿਹੜਾ ਗੁਰੂ ਦੀ ਗੱਲ ਤੇ ਭਰੋਸਾ ਕਰਦਾ। ਜੋ ਗੁਰੂ ਨੇ ਕਹਿਤਾ ਸਿੱਖ ਮੰਨੇ, ਉਹ ਸਿੱਖ ਹੈ। ਹੇ ਮੇਰੇ ਮਨਾ, ਹੁਣ ਤੂੰ ਆਪਣੇ ਅੰਦਰ ਝਾਤੀ ਮਾਰ ਕੇ ਦੇਖ ਵੀ ਤੂੰ ਸਿੱਖ ਹੈਗਾ? ਕੀ ਤੂੰ ਗੁਰਬਾਣੀ ਦੀ ਗੱਲ ਮੰਨਦਾ? ਜਦ ਤੂੰ ਗੁਰਬਾਣੀ ਦੀ ਗੱਲ ਹੀ ਨਹੀਂ ਮੰਨਦਾ, ਫਿਰ ਤੂੰ ਸਿੱਖ ਨਹੀਂ ਕਹਾ ਸਕਦਾ। ਆਪਣੀ ਮਰਜ਼ੀ ਨਾਲ ਕਹਾ ਹੀ ਚੱਲ, ਪਰ ਗੁਰੂ ਨੇ ਪ੍ਰਵਾਨ ਨਹੀਂ ਕਰਨਾ। ਇਹੀ ਤਾਂ ਗਲਤ ਸਬਜੈਕਟ ਹੈ, ਇਹੀ ਤਾਂ ਅਸੀਂ ਦੂਜੀ ਮੱਤ ਲਈ ਫਿਰਦੇ ਹਾਂ। ਅਸੀਂ ਕਹਾਉਂਦੇ ਸਿੱਖਾਂ ਗੁਰੂ ਦੇ, ਪਰ ਗੱਲ ਸਾਰੀ ਗੁਰੂ ਤੋਂ ਉਲਟ ਕਰਦੇ ਹਾਂ। ਸਬਜੈਕਟ ਕੋਈ ਹੋਰ ਆ ਸਾਡੇ ਕੋਲ, ਉਹੀ ਕੁਝ ਅਸੀਂ ਆਪਣੇ ਹਿਰਦੇ ਰੂਪੀ ਫੱਟੀ ਤੇ ਲਿਖੀ ਜਾਂਦੇ ਹਾਂ। ਜਦੋਂ ਸਾਡਾ ਪਟੰਤਰਾ ਹੁੰਦਾ, ਪਰਖ ਹੁੰਦੀ ਹੈ, ਉੱਥੇ ਅਸੀਂ ਫੇਲ ਗਿਣੇ ਜਾਂਦੇ ਹਾਂ। ਫਿਰ ਅਸੀਂ ਰੌਲਾ ਪਾਉਂਦੇ ਹਾਂ ਵੀ ਸਾਡਾ ਬਣਿਆ ਕੁਛ ਨਹੀਂ, ਇੰਨਾ ਚਿਰ ਦੇ ਅਸੀਂ ਗੁਰਬਾਣੀ ਪੜ੍ਹਦੇ ਹਾਂ, ਸਾਡਾ ਆ ਨਹੀਂ ਹੋਇਆ, ਸਾਨੂੰ ਉਹ ਨਹੀਂ ਮਿਲਿਆ। ਮਿਲੂਗਾ ਤਾਂ ਪਾਸ ਤਾਂ ਹੋਵੋਗੇ ਜੇ ਪੇਪਰ ਉਹ ਕੀਤਾ ਉਹ ਕਲੀਅਰ। ਫਿਰ ਦੂਜਿਆਂ ਨੂੰ ਦੋਸ਼ ਦੇਈ ਜਾਂਦੇ ਆ, ਜੀ ਫਲਾਨਿਆਂ ਨੇ ਨਹੀਂ ਪ੍ਰਚਾਰ ਸਹੀ ਕੀਤਾ, ਧਮਕਿਆਂ ਨੇ ਨਹੀਂ ਪ੍ਰਚਾਰ ਸਹੀ ਕੀਤਾ। ਤੁਸੀਂ ਕਿਸੇ ਨੂੰ ਦੋਸ਼ ਥੋੜ੍ਹੋ ਦਿੰਦੇ, ਤੁਸੀਂ ਆਪ ਦੇਖੋ। ਫਿਰ ਜੇ ਤੁਹਾਨੂੰ ਇੰਨਾ ਪਤਾ ਵੀ ਦੂਜੇ ਪ੍ਰਚਾਰ ਸਹੀ ਨਹੀਂ ਕਰਦੇ, ਤੁਸੀਂ ਖੁਦ ਕਰ ਲਓ। ਜਦੋਂ ਖੁਦ ਨਹੀਂ ਜੀ ਇਹ ਤਾਂ ਬਹੁਤ ਔਖਾ ਹੈ ਜੀ, ਐਡੀ ਸਾਡੀ ਕਮਾਈ ਕਿੱਥੇ ਜੀ, ਇਹ ਤਾਂ ਜਿਨ੍ਹਾਂ ਦੀਆਂ ਪਿਛਲੀਆਂ ਕਮਾਈਆਂ ਹੁੰਦੀਆਂ ਨੇ ਜੀ ਉਹੀ ਕਰ ਸਕਦੇ ਆ। ਫਿਰ ਉਹੀ ਕਰਨਗੇ, ਫਿਰ ਤੁਸੀਂ ਕੀ ਕਰਨਾ? ਇਹ ਤਾਂ ਜੀ ਮਹਾਂਪੁਰਖਾਂ ਦੇ ਕੰਮ ਹੁੰਦੇ ਆ। ਇਹ ਤਾਂ ਜੀ ਪਤਾ ਨਹੀਂ ਕੀ ਲੋਕ ਕਹੀ ਜਾਂਦੇ। ਫਿਰ ਤੁਸੀਂ ਕਾਹਨੂੰ ਪੜ੍ਹਦੇ ਹੋ ਗੁਰਬਾਣੀ? ਤੁਸੀਂ ਗੁਰਬਾਣੀ ਤੋਂ ਕੀ ਲੈਣਾ? ਜਦੋਂ ਇਹ ਕੰਮ ਹੀ ਮਹਾਂਪੁਰਖਾਂ ਦਾ, ਫਿਰ ਤੁਸੀਂ ਤਾਂ ਮਹਾਂਪੁਰਖ ਨਹੀਂ ਹੈਗੇ। ਫਿਰ ਤੁਸੀਂ ਛੱਡੋ ਖਹਿੜਾ ਗੁਰਬਾਣੀ ਦਾ, ਫਿਰ ਛੱਡਦੇ ਵੀ ਨਹੀਂ ਹੈ। ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ। ਮਹਾਂਪੁਰਖ ਪਰਮੇਸ਼ਰ ਹੈ, ਹੋਰ ਕੋਈ ਦੁਨੀਆ ਤੇ ਮਹਾਂਪੁਰਖ ਨਹੀਂ ਹੁੰਦਾ। ਇਹ ਬਾਣੀ ਮਹਾਂਪੁਰਖਨ ਕੀ ਮਨੇ ਉਤਾਰਨ ਮਾਨ ਕੋ, ਇਹ ਬਾਣੀ ਪਰਮੇਸ਼ਰ ਵੱਲੋਂ ਆਈ ਹੈ। ਪਰਮੇਸ਼ਰ ਹੈ ਮਹਾਂਪੁਰਖ, ਉਧਰ ਕਰਤਾ ਪੁਰਖ ਹੈ, ਉਧਰ ਮਹਾਂਪੁਰਖ ਹੈ, ਇੱਕੋ ਹੀ ਗੱਲ ਹੈ। ਅਸੀਂ ਉਹ ਸਿਲੇਬਸ ਦੇ ਵਿੱਚੋਂ ਆਪਣਾ ਕੋਰਸ ਪੂਰਾ ਕਰਕੇ ਅਸੀਂ ਖੁਦ ਬਣਨਾ ਉੱਥੇ ਜਾ ਕੇ। ਉਹ ਚੀਜ਼ ਸਾਡੀ ਆਤਮਾ ਨੇ, ਜਦੋਂ ਸਾਡੇ ਵਾਸਤੇ ਆ, ਪੜ੍ਹਦਾ ਬੱਚਾ ਹੈ ਸਕੂਲ ਦੇ ਵਿੱਚ, ਤਾਂ ਬੱਚੇ ਲਈ ਉਹ ਸਾਰਾ ਕੁਛ ਹੈ। ਪਰ ਅਸੀਂ ਇੱਧਰ ਨੂੰ ਨਹੀਂ ਜਾ ਰਹੇ, ਅਸੀਂ ਸਾਡਾ ਰਸਤਾ ਹੋਰ ਹੈ। ਤਾਂ ਪਾਤਸ਼ਾਹ ਨੇ ਇੱਥੇ ਇਹ ਗੱਲ ਮੈਨੂੰ ਬੜੀ ਚੰਗੀ ਲੱਗੀ। ਪਾਤਸ਼ਾਹ ਲਿਖਿਆ ਪੜ੍ਹ ਪੰਡਤ। ਹੇ ਮੇਰੇ ਮਨਾ, ਉਸ ਵੇਲੇ ਪੰਡਤ ਦੀ ਗੱਲ ਸੀ, ਅੱਜ ਤੇਰੀ ਗੱਲ ਹੁੰਦੀ ਹੈ। ਤੂੰ ਵੀ ਤਾਂ ਗੁਰਬਾਣੀ ਪੜ੍ਹਦਾ ਹੀ ਹੈ, ਫਿਰ ਤੂੰ ਚੁੱਪ ਵੀ ਕਰਦਾ, ਤੂੰ ਵੀ ਤਾਂ ਮੌਨੀ ਬਣਦਾ ਹੀ ਹੈ। ਜਦੋਂ ਸੰਸਾਰੀ ਤੌਰ ਤੇ ਜਿਹਨੂੰ ਇਹ ਕਥਾ ਕੀਰਤਨ ਕਹਿੰਦੇ ਆ, ਉਹਦੇ ਵਿੱਚ ਬੈਠ ਕੇ ਕਰਦੇ ਆ ਜੀ, ਚੁੱਪ ਰਹੋ, ਰੌਲਾ ਨਾ ਪਾਓ, ਚੁੱਪ ਕਰਕੇ ਗੱਲ ਸੁਣੋ। ਪਰ ਮੈਨੂੰ ਲੱਗਦਾ ਮੇਰੇ ਹਿਸਾਬ ਨਾਲ ਇਹ ਗੱਲ ਨਹੀਂ ਕਹਿਣੀ ਚਾਹੀਦੀ। ਜਿਹੜੇ ਪ੍ਰਚਾਰਕ ਨੇ ਉਹ ਕਹਿਣ ਵੀ ਭਾਈ ਅਸੀਂ ਬੋਲਦੇ ਹਾਂ, ਤੁਹਾਨੂੰ ਕਿਸੇ ਗੱਲ ਦੀ ਸਮਝ ਨਹੀਂ ਲੱਗਦੀ, ਤੁਸੀਂ ਪਿੱਛੇ ਉੱਠ ਕੇ ਪੁੱਛੋ। ਕੋਈ ਗੱਲ ਨਹੀਂ, ਪੁੱਛੋ, ਤੁਸੀਂ ਨਹੀਂ ਪਤਾ ਲੱਗ ਰਿਹਾ, ਅਸੀਂ ਦੁਬਾਰਾ ਫੇਰ ਦੱਸਾਂਗੇ। ਆਪਾਂ ਕਿਹੜਾ ਕਿਤੇ ਜਾਣਾ, ਆਪਾਂ ਵਿਚਾਰ ਕਰਨ ਵਾਸਤੇ ਆਏ ਹਾਂ। ਜੇ ਤੁਸੀਂ ਗਲਤੀ ਕਿਤੇ ਵਿਚਾਰ ਨਾ ਸਮਝ ਲਵੋ, ਤੁਹਾਨੂੰ ਕਿਤੇ ਵੀ ਕਿਸੇ ਗੱਲ ਦੀ ਸ਼ੰਕਾ ਲੱਗਦੀ ਹੈ, ਤੁਸੀਂ ਪਿੱਛੇ ਖੜੇ ਹੋ ਕੇ ਕਹੋ ਵੀ ਭਾਈ ਸਾਹਿਬ ਜੀ ਆਹ ਜਿਹੜਾ ਤੁਸੀਂ ਸ਼ਬਦ ਦਾ ਅਰਥ ਕੀਤਾ, ਇਹਦੀ ਸਾਨੂੰ ਸਮਝ ਨਹੀਂ ਲੱਗੀ, ਚੰਗੀ ਤਰ੍ਹਾਂ ਸਮਝਾਓ। ਤੇ ਗਾਹਾਂ ਜਿਹੜੇ ਪ੍ਰਚਾਰਕ ਹੋ ਕੇ ਉਹਨਾਂ ਨੂੰ ਵੀ ਫਰਕ ਪੈ ਜਾਣਾ ਵੀ ਇਹ ਤਾਂ ਲੋਕ ਪੁੱਛਣ ਲੱਗ ਗਏ ਵੀ ਮੈਂ ਉਹੀ ਗੱਲ ਕਹਾਂ ਕਿ ਜਿਹੜੀ ਵਾਕਈ ਸਹੀ ਹੋਵੇ। ਪਰ ਇੱਧਰ ਨੂੰ ਤਾਂ ਅਸੀਂ ਜਾਣਦੇ ਨਹੀਂ। ਦੂਜੇ ਪਾਸੇ ਜਦੋਂ ਅਸੀਂ ਸੰਸਾਰ ਵਾਲੇ ਪਾਸੇ ਨੂੰ ਜਾਂਦੇ ਹਾਂ, ਤਾਂ ਅਸੀਂ ਬੱਚੇ ਨੇ ਜਿਹੜੇ ਸਾਡੇ, ਅਸੀਂ ਉਹਨਾਂ ਨੂੰ ਕਹਿੰਦੇ ਹਾਂ ਵੀ ਤੁਸੀਂ ਟੀਚਰ ਨੂੰ ਪੁੱਛਿਓ।
ਦੇਖੀ ਬੇਟਾ ਗਲਤ ਨਾ ਸਮਝ ਲਈ, ਨੰਬਰ ਘੱਟ ਆ ਜਾਣਗੇ, ਤੂੰ ਫੇਲ ਹੋ ਜਾਏਗਾ, ਬਦਨਾਮੀ ਹੋਊਗੀ, ਅਸੀਂ ਤੇਰੇ ਲਈ ਇੰਨਾ ਖਰਚਾ ਕੀਤਾ। ਉਹ ਹੇ ਮੇਰੇ ਮਨਾ, ਤੂੰ ਆਪਣੇ ਅੰਦਰ ਵੀ ਝਾਤੀ ਮਾਰ। ਛਿਨ ਛਿਨ ਔਦ ਬਿਹਾਤ ਹੈ, ਤੇਰੀ ਵੀ ਤਾਂ ਉਮਰ ਘਟਦੀ ਜਾਂਦੀ ਹੈ, ਤੇਰਾ ਨਹੀਂ ਸਮਾਂ ਲੰਘਦਾ ਜਾਂਦਾ, ਤੇਰੇ ਨਹੀਂ ਨੰਬਰ ਘਟਦੇ ਜਾਂਦੇ, ਤੂੰ ਨਹੀਂ ਫੇਲ ਹੋਏਗਾ। ਤੂੰ ਦੋਸ਼ ਕਿਹਨੂੰ ਦੇਵੇਂਗਾ? ਪੜ ਪੜ ਪੰਡਤ ਮੋਨੀ ਥੱਕੇ, ਪਾਤਸ਼ਾਹ ਕਹਿੰਦੇ ਥੱਕ ਗਏ, ਦੂਜੇ ਪਾਏ ਪਥ ਕੋ। ਕਿਉਂ ਥੱਕੇ? ਕਿਉਂਕਿ ਦੂਜੀ ਭੁੱਖ ਹੈ। ਇਹ ਮੇਰੇ ਮਨਾ, ਤੇਰੇ ਅੰਦਰ ਵੀ ਦੂਜੀ ਭੁੱਖ ਹੈ। ਪੜਦਾ ਤੂੰ ਗੁਰਬਾਣੀ ਹੈ, ਇੱਛਾ ਮਾਇਆ ਦੀ ਰੱਖਦਾ, ਜਦ ਕਿ ਇਹ ਗੁਰਬਾਣੀ ਤੈਨੂੰ ਸਪਸ਼ਟ ਕਹਿੰਦੀ ਹੈ, ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਗੁਰਬਾਣੀ ਕਹਿੰਦੀ ਹੈ ਕਿ ਹੁਕਮ ਦੇ ਵਿੱਚ ਰਹਿਣ ਤੋਂ ਬਿਨਾਂ ਕੋਈ ਹੋਰ ਗੱਲ ਕਹਿਣੀ ਸੱਚਖੰਡ ਪ੍ਰਵਾਨ ਨਹੀਂ ਗਾ। ਇਹ ਤਾਂ ਗੁਰਬਾਣੀ ਦੀਆਂ ਪੰਕਤੀਆਂ ਨੇ, ਤਾਂ ਮੇਰੀ ਕੋਈ ਆਪਣੇ ਕੋਲੋਂ ਬਣਾਈਆਂ ਹੋਈਆਂ ਗੱਲਾਂ ਨਹੀਂ। ਇਹ ਤਾਂ ਖੁਦ ਜਿਹਨੂੰ ਅਸੀਂ ਗੁਰੂ ਕਹਿੰਦੇ ਉਹ ਕਹਿ ਰਿਹਾ ਵੀ ਮੇਰੇ ਹੁਕਮ ਤੋਂ ਬਿਨਾਂ ਮੇਰੇ ਨਾਲ ਕੋਈ ਗੱਲ ਨਾ ਕਰਿਓ। ਜੇ ਤਾਂ ਤੁਸੀਂ ਮੇਰੇ ਹੁਕਮ 'ਚ ਚੱਲਣਾ ਚਾਹੁੰਦੇ ਹੋ, ਫਿਰ ਤਾਂ ਤੁਸੀਂ ਮੇਰੇ ਕੋਲ ਆ ਕੇ ਬੈਠੋ, ਮੈਂ ਤੁਹਾਡੀ ਸਾਰੀ ਗੱਲ ਸੁਣੂੰਗਾ, ਤੁਹਾਡੇ ਨਾਲ ਕਰੂੰਗਾ ਵੀ। ਅਗਰ ਜੇ ਤੁਸੀਂ ਮੇਰੇ ਹੁਕਮ ਤੋਂ ਬਾਹਰੋਂ ਕੋਈ ਹੋਰ ਗੱਲ ਕਰਦੇ ਹੋ, ਉਹਦਾ ਮੇਰੇ ਨਾਲ ਤੁਹਾਡਾ ਕੋਈ ਵਾਸਤਾ ਨਹੀਂ, ਉਹ ਤੁਹਾਡੀ ਆਪਣੀ ਮਰਜ਼ੀ ਹੈ। ਕਰੀ ਚਲੋ, ਬੋਲੀ ਚਲੋ ਇੱਥੇ ਬੈਠ ਕੇ ਮੇਰੇ ਸਾਹਮਣੇ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਜਿਵੇਂ ਇੱਕ ਲੋਹਾਰ ਆਪਣੀ ਵਰਕਸ਼ਾਪ ਦੇ ਮੂਹਰੇ ਇੱਕ ਹਥਿਆਰ ਬਣਾ ਰਿਹਾ ਬੈਠਾ, ਉਹਨੂੰ ਉਹ ਬੰਦੇ ਨੇ ਆ ਕੇ ਦੱਸਤਾ ਵੀ ਮੈਂ ਤੈਨੂੰ ਆ ਮੇਰਾ ਤੂੰ ਹਥਿਆਰ ਬਣਾ ਦੇ, ਮੈਂ ਤੈਨੂੰ ਲੱਖ ਰੁਪਇਆ ਦਊਂਗਾ, ਔਰ ਇੰਨੇ ਟਾਈਮ 'ਚ ਬਣਾਉਣਾ। ਉਹ ਕਹਿੰਦਾ ਜੀ ਬਣਾ ਦਿੰਦਾ। ਹੁਣ ਉਹਨੂੰ ਲੱਖ ਰੁਪਈਆ ਦਿਸਦਾ, ਟਾਈਮ ਦਿਸਦਾ, ਦੋ ਚੀਜ਼ਾਂ ਉਹਦੇ ਕੋਲ ਬੜੀ ਅਹਿਮੀਅਤ ਹੈ, ਇੱਕ ਟਾਈਮ, ਇੱਕ ਉਹਨੂੰ ਜਿਹੜਾ ਉਹਦਾ ਪੈਸਾ ਮਿਲਣਾ। ਉਹ ਲੱਗ ਗਿਆ ਬਣਾਉਣ। ਜਿੱਥੇ ਉਹ ਦੁਕਾਨ ਤੇ ਬੈਠਾ ਹੈ, ਉਸ ਦੁਕਾਨ ਦੇ ਮੂਹਰਲੇ ਪਾਸੇ ਦੀ ਸੜਕ ਲੰਘਦੀ ਹੈ, ਉੱਥੋਂ ਬਹੁਤ ਵੱਡਾ ਹਜੂਮ ਲੰਘਦਾ, ਉੱਥੇ ਢੋਲ ਵੱਜਦੇ ਆ, ਛੈਣੇ ਵੱਜਦੇ ਆ, ਨਗਾਰੇ ਵੱਜਦੇ ਆ, ਪਤਾ ਨਹੀਂ ਕਿੰਨੇ ਕੁ ਝਾਕੀਆਂ ਨੇ, ਕੋਈ ਕਿਸੇ ਤਰ੍ਹਾਂ ਦੀ ਝਾਕੀ ਬਣਾ ਕੇ ਲਿਆਉਂਦਾ, ਕੋਈ ਕਿਸ ਤਰ੍ਹਾਂ ਦੀ ਝਾਕੀ, ਸਾਰਾ ਕੁਝ ਲੰਘਦਾ, ਲੋਕ ਸਾਰੇ ਉਹਦੇ ਵੱਲ ਦੇਖਦੇ ਆ। ਪਰ ਉਹ ਜਿਹੜਾ ਲੋਹਾਰ ਹੈ, ਉਹ ਇਕੱਲਾ ਹੀ ਉਹ ਹਥਿਆਰ ਬਣਾਉਣ ਲੱਗਿਆ ਹੋਇਆ, ਉਹ ਉਹਨਾਂ ਵੱਲ ਝਾਕਦਾ ਹੀ ਨਹੀਂ, ਨਾ ਉਹਦਾ ਧਿਆਨ ਉੱਧਰ ਜਾਂਦਾ, ਉਹ ਸਾਰਾ ਕੁਝ ਉਹੀ ਬਣਾਈ ਜਾ ਰਿਹਾ। ਉਹਨਾਂ ਵਿੱਚੋਂ ਇੱਕ ਬੰਦਾ ਉਹਨੂੰ ਆ ਕੇ ਕਹਿੰਦਾ ਵੀ ਯਾਰ ਐਡਾ ਸੋਹਣਾ ਮੇਲਾ ਲੱਗਿਆ ਹੈ, ਦੇਖ ਕਿੰਨੀਆਂ ਝਾਕੀਆਂ ਵਧੀਆ ਲੰਘਦੀਆਂ, ਨਗਾਰੇ ਵੱਜਦੇ ਆ, ਘੋੜੇ ਨੱਚਦੇ ਆ, ਹਾਥੀ ਸ਼ਿੰਗਾਰੇ ਹੋਏ ਆ, ਕਿਆ ਨਾਚ ਹੋ ਰਿਹਾ, ਵੀ ਤੂੰ ਇਹ ਦੇਖਦਾ ਹੀ ਨਹੀਂ, ਆ ਤਾਂ ਬਾਅਦ 'ਚ ਵੀ ਬਣਾ ਲੇਂਗਾ। ਉਹ ਕਹਿੰਦਾ ਭਾਈ ਸਾਹਿਬ ਜੀ, ਇਹ ਜਿਹੜੇ ਨਾਚ ਤੁਸੀਂ ਦੇਖਦੇ ਹੋ, ਘੋੜੇ ਹਾਥੀ ਦੇਖਦੇ ਹੋ, ਇਹਦੇ 'ਚ ਤੁਹਾਨੂੰ ਕੁਝ ਮਿਲਣਾ? ਉਹ ਕਹਿੰਦਾ ਜੀ ਮਿਲਣਾ ਕੀ ਹੈ? ਕਹਿੰਦਾ 2 ਘੜੀ ਦਾ ਮੇਲਾ ਹੀ ਹੈ। ਕਹਿੰਦਾ ਭਾਈ ਸਾਹਿਬ ਜਿਹੜਾ ਕੁਝ ਮੈਂ ਕਰਦਾ ਉਹਦੇ ਵਿੱਚ ਮੇਰੇ ਕੋਲ ਟਾਈਮ ਆ, ਵੀ ਇੰਨੇ ਟਾਈਮ 'ਚ ਮੈਂ ਚੀਜ਼ ਬਣਾ ਕੇ ਦੇਣੀ ਆ, ਔਰ ਮੈਨੂੰ ਲੱਖ ਰੁਪਈਆ ਮਿਲ ਜਾਣਾ। ਮੈਨੂੰ ਤਾਂ ਲੱਖ ਰੁਪਈਏ ਦਾ ਫਿਕਰ ਹੈ, ਇਹ ਮੇਲਾ ਤਾਂ ਮੈਂ ਬਾਅਦ 'ਚ ਵੀ ਦੇਖ ਲੂ, ਲੱਖ ਰੁਪਈਆ ਜਦੋਂ ਮੇਰੇ ਕੋਲ ਆ ਗਿਆ, ਜਦੋਂ ਮਰਜ਼ੀ ਮੈਂ ਆਪ ਕਰਵਾ ਲੂੰਗਾ। ਉਹ ਗੱਲ ਆ ਹੇ ਮੇਰੇ ਮਨਾ ਤੇਰੀ, ਅਹਰਣ ਮੱਤ ਵੇਦ ਹਥਿਆਰ। ਆਹ ਟਾਈਮ ਹੈ ਮਨੁੱਖਾ ਤਨ ਦੇ ਅੰਦਰ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਸਭ ਤੋਂ ਕੀਮਤੀ ਨਾਮ ਮਿਲਣਾ। ਤੇਰੇ ਕੋਲ ਟਾਈਮ, ਆਲੇ ਦੁਆਲੇ ਰੰਗ ਤਮਾਸ਼ੇ, ਇਹਨਾਂ ਵੱਲ ਨੂੰ ਜਾ, ਛੱਡਦੇ ਖੜਾ। ਘਾੜ ਤੱਕ ਕਿਹਦੀ ਘੜਨੀ ਹੈ? ਆਪਣੀ ਮਨ ਬੁੱਧੀ ਦੀ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਇਹਨਾਂ ਨੂੰ ਘੜ ਬੈਠ ਕੇ। ਬਹੁਤ ਥੋੜ੍ਹਾ ਟਾਈਮ ਹੈ, ਸੱਚਖੰਡ ਵੱਲੋਂ ਹੁਕਮ ਆਇਆ ਹੋਇਆ ਕਿ ਬਹੁਤ ਥੋੜ੍ਹਾ ਟਾਈਮ ਹੈ। ਕਿੰਨਾ ਕੁ ਟਾਈਮ ਹੈ? ਹਮ ਆਦਮੀ ਹਾਂ
ਇੱਕਦਮ ਹੀ ਕੋਈ ਪਤਾ ਨਹੀਂ ਕਦੋਂ ਦਮ ਰੁਕਿਆ ਨਹੀਂ, ਸਰੀਰ ਛੱਡਣਾ ਪੈ ਜਾਊਗਾ। ਇਹਦੇ ਵਿੱਚ ਵਿੱਚ ਆਪਣੀ ਸੁਰਤ ਨੂੰ ਘੜ ਲੈ। ਜਦੋਂ ਸੁਰਤ ਘੜੀ ਗਈ, ਗਹਿਣਾ ਉਹਨੂੰ ਪਸੰਦ ਆ ਗਿਆ, ਉਹਨੇ ਕੀਮਤ ਜਦੇ ਨਾਮ ਦੇ ਦੇਣੀ ਹੈ। ਨਾਮ ਹੈ ਸਭ ਤੋਂ ਅਮੁੱਲ। ਤਾਂ ਗੁਰਮੁਖ ਇਸ ਭਾਵ ਸਾਗਰ ਦੇ ਅੰਦਰ ਰਾਜਮਾਲ ਮਨ ਸੋਰ ਛੱਡ ਕੇ ਤੁਰ ਜਾਂਦੇ ਆ। ਉਹਨਾਂ ਦਾ ਧਿਆਨ ਹੀ ਨਹੀਂ ਜਾਂਦਾ ਸੰਸਾਰ 'ਚ। ਉਹਨਾਂ ਦੇ ਅੰਦਰ ਦੂਜੀ ਭੁੱਖ ਹੀ ਨਹੀਂ ਪੈਦਾ ਹੁੰਦੀ। ਪਰ ਹੇ ਮੇਰੇ ਮਨਾ, ਤੇਰੇ ਅੰਦਰੋਂ ਦੂਜੀ ਭੁੱਖ ਜਾਂਦੀ ਨਹੀਂ ਹੈਗੀ। ਤੇਰੇ ਅੰਦਰੋਂ ਦੂਜੀ ਭੁੱਖ ਤਾਂ ਜਾਊ ਜੇ ਤੈਨੂੰ ਦੂਜੀ ਭੁੱਖ ਬਾਰੇ ਕਿਸੇ ਨੇ ਦੱਸਿਆ ਹੋਊਗਾ। ਸਗੋਂ ਤੈਨੂੰ ਤਾਂ ਦੂਜੀ ਭੁੱਖ ਨਾਲ ਜੋੜਿਆ ਵੀ ਗੁਰਬਾਣੀ ਪੜ੍ਹ ਕੇ ਆ ਇੱਛਾ ਪੂਰੀ ਹੋ ਜਾਂਦੀ ਹੈ, ਜਦੋਂ ਕਿ ਰੋਕਿਆ ਜਾਣਾ ਚਾਹੀਦਾ ਵੀ ਗੁਰਬਾਣੀ ਪੜ੍ਹ ਕੇ ਮਾਇਆ ਦੀ ਕੋਈ ਇੱਛਾ ਪੂਰੀ ਨਹੀਂ ਹੁੰਦੀ। ਮਾਇਆ ਦੀ ਇੱਛਾ ਤਾਂ ਪੂਰੀ ਹੋਵੇ ਜੇ ਮਾਇਆ ਇੱਥੇ ਹੋਵੇ ਨਾ। ਮਾਇਆ ਤਾਂ ਚਾਰ ਚੁਫੇਰੇ ਪਈ ਹੈ। ਸਾਰਾ ਕੁਝ ਤਾਂ ਪਰਮੇਸ਼ਰ ਨੇ ਤੈਨੂੰ ਪਹਿਲਾਂ ਦੇ ਕੇ ਤੋਰਤਾ। ਜਿਹੜੀ ਚੀਜ਼ ਸਾਹਮਣੇ ਪਈ ਆ ਉਹਦੀ ਕਦੇ ਕੋਈ ਇੱਛਾ ਥੋੜ੍ਹਾ ਕਰਦਾ ਹੁੰਦਾ। ਇੱਛਾ ਤਾਂ ਉਸ ਚੀਜ਼ ਦੀ ਕਰਨੀ ਚਾਹੀਦੀ ਜਿਹੜੀ ਚੀਜ਼ ਕੋਲ ਨਹੀਂ ਹੈ। ਪਰ ਸਾਨੂੰ ਧਰਮ ਦੇ ਵਿੱਚ ਉਲਟ ਸਿਖਾਇਆ ਗਿਆ ਕਿ ਨਾਮ ਤੁਹਾਡੇ ਕੋਲ ਹੈ, ਮਾਇਆ ਦੀ ਇੱਛਾ ਕਰੋ। ਉਲਟ ਸਿਖਾਤਾ, ਜਦ ਕਿ ਗੁਰਬਾਣੀ ਕਹਿੰਦੀ ਨਾਮ ਤੂੰ ਲੈਣ ਆਇਆ ਹੋਇਆ, ਮਾਇਆ ਤੇਰੇ ਕੋਲ ਹੈ। ਮੈਨੂੰ ਬੜਾ ਦੁੱਖ ਲੱਗਦਾ ਇਸ ਗੱਲ ਤੋਂ ਵੀ ਇਹ ਗਲਤ ਸਿਖਾਤਾ ਗੁਰਮਤਿ ਨੇ, ਜਿਹਨੂੰ ਇਹ ਗੁਰਮਤਿ ਕਹਿੰਦੇ ਆ। ਜਦ ਕਿ ਪਾਤਸ਼ਾਹ ਨੇ ਆਇਆ ਸੀ ਕਿ ਪ੍ਰਾਣੀ ਤੂੰ ਆਇਆ ਲਾਹਾ ਲੈਣ, ਵੀ ਤੂੰ ਲਾਹਾ ਲੈਣ ਵਾਸਤੇ ਆਇਆ ਹੋਇਆ ਭਾਈ। ਲੱਗਾ ਕਿ ਤੁਕ ਫੱਕੜੇ ਸਭ ਮੁੱਕਦੀ ਚੱਲੀ ਦੇ, ਵੀ ਤੂੰ ਕਿਹੜੇ ਪਾਸੇ ਲੱਗ ਗਿਆ। ਤੂੰ ਨਾਮ ਲੈਣ ਵਾਸਤੇ ਆਇਆ ਹੋਇਆ। ਅੱਜ ਸਾਡੇ ਧਾਰਮਿਕ ਲੋਕ ਕਹਿੰਦੇ ਜੀ ਤੁਸੀਂ ਤਾਂ ਨਾਮ ਜਪਦੇ ਹੋ, ਨਾਮ ਤੁਹਾਡੇ ਕੋਲ ਹੈ। ਗੁਰਬਾਣੀ ਕਹਿੰਦੀ ਹੈ ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੇ ਹਰਿਆ। ਗੁਰਬਾਣੀ ਕਹਿੰਦੀ ਹੈ ਦੇਹ ਨਾਮ ਸੰਤੋਖੀ ਆ, ਉਤਰੈ ਮਨ ਕੀ ਭੁੱਖ। ਗੁਰਬਾਣੀ ਕੁਝ ਹੋਰ ਕਹਿੰਦੀ ਹੈ, ਪ੍ਰਚਾਰ ਕੋਈ ਹੋਰ ਹੋ ਰਿਹਾ। ਤੇ ਕਿੱਧਰ ਨੂੰ ਜਾਈਏ? ਤੇ ਜਾਣਾ ਕਿਤੇ ਵੀ ਨਹੀਂ। ਫਿਰ ਉਹ ਧੋਬੀ ਦੇ ਕੁੱਤੇ ਵਾਲੀ ਗੱਲ ਹੈ, ਨਾ ਮੈਂ ਉਹ ਘਰ ਦਾ ਨਾ ਘਾਟ ਦਾ। ਨਾ ਸੱਚਖੰਡ ਵਿੱਚ ਸੁੱਖ ਮਿਲਣਾ, ਨਾ ਤੇ ਇੱਥੇ ਮਿਰਤ ਲੋਕ 'ਚ ਸੁੱਖ ਮਿਲਣਾ। ਇੱਥੇ ਪਤਾ ਨਹੀਂ ਕਿਹੜੀ ਜੂਨੀ 'ਚ ਚੱਕ ਕੇ ਪਾ ਦੇਣਾ ਉਹਨਾਂ ਨੇ। ਦੇਖ ਕੇ ਹੈਰਾਨ ਹੋਈਦਾ। ਸਾਡੇ ਇੱਥੇ ਭੋਰਾ ਸਾਹਿਬ ਦੇ ਅੱਗੇ ਉਹ ਫਿਰਦਾ ਇੱਕ ਕੁੱਤਾ ਵਿਚਾਰਾ, ਇੰਨਾ ਗਲਿਆ ਪਿਆ। ਨਾ ਤਾਂ ਉਹ ਅੰਦਰ ਵੜਨ ਦਿੰਦੇ, ਉਹ ਬਾਹਰ ਭੱਜਦਾ, ਮੱਖੀਆਂ ਤੰਗ ਕਰਦੀਆਂ ਨੇ। ਗਰਮੀ ਦਾ ਮੌਸਮ ਆ, ਤੜਫਦਾ ਵਿਚਾਰਾ। ਹੇ ਮੇਰੇ ਮਨਾ, ਉਹਨੂੰ ਵੇਖ ਕੇ ਡਰ ਲੱਗਦਾ ਵੀ ਕਿਤੇ ਤੇਰੇ ਨਾਲ ਵੀ ਨਾ ਆਏ ਹੋਵੇ। ਕਿਉਂਕਿ ਜਦੋਂ ਤੇਰੀ ਆਤਮਾ ਮੈਲੀ ਹੋਊਗੀ, ਸੱਚਖੰਡ ਵਾਲਿਆਂ ਨੂੰ ਵੀ ਨਹੀਂ ਵੰਡ ਦੇਣਾ ਅੰਦਰ। ਕੀੜੇ ਪਏ ਹੋਏ ਆ, ਤੇ ਦੂਜੀਆਂ ਜੂਨੀਆਂ ਵਾਲੇ ਨੇ ਵੀ ਨਹੀਂ ਵਿੱਚ ਰਲਣ ਦੇਣਾ। ਹਜੇ ਵੀ ਕੁਛ ਨਹੀਂ ਵਿਗੜਿਆ, ਛੱਡ ਦੇ ਸਾਰਾ ਖੜਾ, ਗੁਰਬਾਣੀ ਤੇ ਆ ਜਾ। ਗੁਰਬਾਣੀ ਤੋਂ ਬਿਨਾਂ ਕੁਛ ਨਹੀਂ ਹੈ। ਗੁਰਬਾਣੀ ਦੀ ਇੱਕ ਗੱਲ ਮੰਨ, ਦੋ ਮੰਨ, ਚਾਰ ਮੰਨ, ਜ਼ਰੂਰ ਮੰਨ। ਦੂਜੀ ਭੁੱਖ ਛੱਡ ਦੇ। ਦੂਜੀ ਚੀਜ਼ ਤੇਰੇ ਕੋਲ ਪਈ ਹੈ, ਥੋੜੀ ਖਾ ਲੈ, ਕੋਈ ਫਰਕ ਨਹੀਂ ਪੈਣ ਲੱਗਿਆ। ਸੁਖੀ ਰਹਿ, ਭਲਾ ਸੋਚ। ਦੂਜੇ ਪਾਸੇ ਪਾਤਸ਼ਾਹ ਕਹਿੰਦੇ ਸਿੱਧ ਸਾਧਕ ਮੋਨੀ ਮੋਨ ਧਾਰੀ ਰਹੇ ਲਿਵਲਾਏ, ਤਿੰਨ ਪੀ ਤਨ ਮੈਂ ਮਨ ਨਾ ਦਿਖਾ ਬਣੇ। ਬਹੁਤ ਵੱਡੀਆਂ ਗੱਲਾਂ ਕੀਤੀਆਂ ਨੇ ਉਸ ਵੇਲੇ ਪਾਤਸ਼ਾਹੀਆਂ ਨੇ, ਤਾਂ ਹੀ ਉਹਨਾਂ ਦਾ ਲੋਕ ਵਿਰੋਧ ਕਰਦੇ ਸੀ। ਐਵੇਂ ਨਹੀਂ ਸੀ ਉਹਨਾਂ ਦਾ ਵਿਰੋਧ ਕਰਦੇ, ਕਿਉਂਕਿ ਉਹਨਾਂ ਨੇ ਜਿਹੜੇ ਧਰਮ ਦੇ ਵੱਡੇ ਵੱਡੇ ਆਗੂ ਸੀ ਉਹਨਾਂ ਨੂੰ ਜਾ ਕੇ ਆਖਿਆ ਵੀ ਤੁਸੀਂ ਗਲਤ ਕੀਤਾ। ਜਿਵੇਂ ਅੱਜ ਸਾਡੇ ਧਰਮ ਦੇ ਆਗੂ ਜਿਹੜੇ ਸੰਤ ਨੇ, ਬਾਬੇ ਨੇ, ਜਾਂ ਹੋਰ ਪ੍ਰਚਾਰਕ ਨੇ, ਰਾਗੀ ਢਾਡੀ ਨੇ, ਉਹਨਾਂ ਨੂੰ ਜਦੋਂ ਕੋਈ ਗੁਰਮੁਖ ਆ ਕੇ ਟੱਕਰੂਗਾ ਉਹ ਵੀ ਕਹਿਣਗੇ, ਉਹ ਵੀ ਉਹਦੇ ਵਿਰੋਧ 'ਚ ਖੜਨਗੇ ਵੀ ਤੂੰ ਤਾਂ ਸਾਡੇ ਉਲਟ ਚੱਲਦਾ। ਜਦ ਕਿ ਉਹ ਉਲਟ ਨਹੀਂ ਚੱਲਦਾ ਹੁੰਦਾ, ਉਹਨਾਂ ਦੇ ਭਲੇ ਵਾਸਤੇ ਗੱਲ ਕਰਦਾ। ਗੁਰਮੁਖ ਨੂੰ ਪਤਾ ਹੁੰਦਾ ਸਮਾਂ ਬਹੁਤ ਥੋੜ੍ਹਾ ਹੈ, ਸਫ਼ਰ ਬਹੁਤ ਲੰਮਾ ਹੈ, ਛੇਤੀ ਛੇਤੀ ਕਲੀਅਰ ਕਰੋ। ਤਾਂ ਪਾਤਸ਼ਾਹ ਕਹਿੰਦੇ ਸਿੱਧ ਸਾਧਕ, ਸਿੱਧ ਸੀਗੇ, ਸਾਧਕ ਹੁੰਦੇ ਜਿਹੜੇ ਸਾਧਨਾ ਕਰਨ ਵਾਲੇ, ਉਹਨਾਂ ਦੇ ਚੇਲੇ। ਮੌਨ ਧਾਰੀ ਜਿਹੜੇ ਚੁੱਪ ਰਹਿਣ ਵਾਲੇ। ਰਹੇ ਲਿਵ ਲਾਏ, ਉਹ ਕਹਿੰਦੇ ਸਾਡੀ ਲਿਵ ਲੱਗੀ ਹੋਈ ਹੈ ਜੀ। ਤਿੰਨ ਪੀ ਤਨ ਮੈਂ ਮਨ ਨਾ ਦਿਖਾਵਣਾ, ਕਹਿੰਦੇ ਪਰ ਉਹਨੂੰ ਤਨ 'ਚੋਂ ਮਨ ਤਾਂ ਲੱਭਿਆ ਨਹੀਂ। ਮਨ ਦਾ ਨਹੀਂ ਉਹਨਾਂ ਨੂੰ ਪਤਾ ਕੀ ਹੈ।
ਅੱਜ ਸਾਡੇ ਸਿੱਖ ਮਤ 'ਚ ਵੀ ਨਹੀਂ ਪਤਾ ਮਨ ਕੀ ਹੈ। ਜੇ ਪੁੱਛੋਗੇ ਤਾਂ ਇੱਕ ਗੱਲ ਕਹਿੰਦੇ, ਮਨ ਜੀ ਜਿਹੜਾ ਹੁੰਦਾ ਨਾ, ਇਹ ਫੁਰਨਿਆਂ ਦਾ ਵਜੂਦ ਹੁੰਦਾ। ਦੇਖੋ ਦੋ ਗੱਲਾਂ ਕਹਿਣਗੇ, ਨਾਲੇ ਫੁਰਨਿਆਂ ਦਾ ਵਜੂਦ ਤਾਂ ਉਹਦਾ ਹੁੰਦਾ ਜਿਹੜੀ ਚੀਜ਼ ਸਦਾ ਰਹੇ, ਤੇ ਫੁਰਨਾ ਤਾਂ ਉਹ ਰਹਿੰਦਾ ਹੀ ਨਹੀਂ। ਫੁਰਨਾ ਤਾਂ ਜਦੇ ਮਿਟ ਜਾਂਦਾ। ਵਜੂਦ ਉਹ ਚੀਜ਼ ਹੁੰਦੀ ਹੈ ਜਿਹੜੀ ਸਦਾ ਰਹਿਣ ਵਾਲੀ ਹੋਵੇ, ਇਹਦਾ ਵਜੂਦ ਹੈ। ਜਿਹੜੀ ਚੀਜ਼ ਦਾ ਵਜੂਦ ਹੀ ਨਹੀਂ ਹੈ, ਉਹਦਾ ਕੀ ਹੈ? ਮਨ ਬਾਰੇ ਵੀ ਨਹੀਂ ਅਸੀਂ ਕਲੀਅਰ। ਮਨ ਨੂੰ ਵੀ ਜਾਣਨਾ ਬਹੁਤ ਔਖਾ ਹੈ। ਸਨਕ ਸਨੰਦਨ ਮਿਹੇਚ ਸਮਾਨਾ, ਸੇਖ ਨਾਗ ਤੇਰੋ ਮਰਮ ਨਾ ਜਾਣਾ। ਬ੍ਰਹਮਾ ਦੇ 4 ਵੱਡੇ ਚੇਲੇ ਸੀ, ਸਨਕ ਸਨੰਦਨ, ਸੰਤ ਕੁਮਾਰ। ਉਹਨਾਂ ਨੂੰ ਨਹੀਂ ਪਤਾ ਲੱਗਿਆ ਕਿ ਮਨ ਕੀ ਚੀਜ਼ ਹੈ। ਸਿਰਫ ਗੁਰਮੁਖ ਤੋਂ ਬਿਨਾਂ ਮਨ ਬਾਰੇ ਕਿਸੇ ਨੂੰ ਨਹੀਂ ਪਤਾ ਕਿ ਮਨ ਕੀ ਚੀਜ਼ ਹੈ। ਜਾਂ ਗੁਰਬਾਣੀ 'ਚ ਸਾਰਾ ਕੁਝ ਦੱਸਿਆ ਹੈ ਵੀ ਮਨ ਕੀ ਚੀਜ਼ ਹੈ। ਪਹਿਲਾਂ ਮਨ ਬਾਰੇ ਪਤਾ ਲੱਗੇ। ਇਸ ਮਨ ਕੋ ਕੋਈ ਖੋਜੋ ਭਾਈ। ਪਹਿਲਾਂ ਮਨ ਦੀ ਖੋਜ ਕਰਨੀ ਜ਼ਰੂਰੀ ਹੈ। ਤਨ ਛੂਟੇ ਮਨ ਕਹਾਂ ਸਮਾਈ, ਕਿ ਜਦੋਂ ਇਹ ਤਨ ਨੇ ਛੁੱਟਣਾ ਤੇ ਮਨ ਨੇ ਕਿੱਥੇ ਸਮਾਉਣਾ, ਇਸ ਗੱਲ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ। ਘਰੋਂ ਤੁਰੇ ਪਤਾ ਹੋਣਾ ਚਾਹੀਦਾ ਜਾਣਾ ਕਿੱਥੇ ਹੈ। ਜਦੋਂ ਪਤਾ ਹੀ ਨਹੀਂ ਕਿੱਥੇ ਜਾਣਾ, ਕੋਈ ਪਤਾ ਨਹੀਂ ਕਿੱਥੇ ਜਾਣਾ। ਸੋ ਸਿੱਧ ਸਾਧਕ ਮੋਨ ਧਾਰੀ ਰਹੇ ਲਿਵਲਾਏ, ਤਿੰਨ ਪੀ ਤਨ ਮੈਂ ਮਨ ਨਾ ਦਿਖਾ ਬਣਿਆ। ਗੁਰਬਾਣੀ ਕਹਿੰਦੀ ਹੈ, ਬੋਲ ਸੁਧਰਮੜਿਆ ਮੋਨ ਕਤ ਧਾਰੀ ਰਾਮ। ਵੀ ਭਾਈ ਤੂੰ ਬੋਲ ਕੁਛ, ਤੂੰ ਬੋਲਣ ਵਾਸਤੇ ਆਇਆ, ਤੂੰ ਤਾਂ ਮੋਨ ਧਾਰੀ ਬੈਠਾ। ਗੁਰਬਾਣੀ ਕਹਿੰਦੀ, ਨਾਦੀ ਬੇਦੀ ਸ਼ਬਦੀ ਮੋਨੀ ਜਮ ਕੈ ਪਟੇ ਲਿਖਾਇਆ। ਨਾਦੀ ਜਿਹੜੇ ਕਹਿੰਦੇ ਆ ਵੀ ਅਸੀਂ ਨਾਦੀ ਹਾਂ। ਨਾਦੀ ਹੁੰਦੇ ਨੇ ਜਿਹੜੇ ਕਹਿੰਦੇ ਸਾਨੂੰ ਧੁਰ ਕੀ ਬਾਣੀ ਸੁਣਦੀ ਹੈ, ਸਾਨੂੰ ਨਾਦ ਸੁਣਦਾ। ਬੇਦੀ ਹੁੰਦੇ ਨੇ ਜਿਹੜੇ ਵੇਦ ਦੇ ਬਹੁਤ ਜ਼ਿਆਦਾ ਗਿਆਨ ਰੱਖਣ ਵਾਲੇ। ਸ਼ਬਦੀ ਹੁੰਦੇ ਜਿਹੜੇ ਇੱਕ ਸ਼ਬਦ ਨੂੰ ਲੈ ਕੇ ਬਾਰ-ਬਾਰ ਪੜ੍ਹਦੇ। ਮੋਨੀ ਹੁੰਦੇ ਜਿਹੜੇ ਚੁੱਪ ਹੋ ਜਾਂਦੇ। ਜੰਮ ਕੇ ਪਟੇ ਲਿਖਾਇਆ। ਪਾਤਸ਼ਾਹ ਕਹਿੰਦੇ ਸਾਰੇ ਭਰਮ ਦੇ ਵਿੱਚ ਫਸੇ ਹੋਏ। ਗੁਰਬਾਣੀ ਕਹਿੰਦੀ ਹੈ, ਮੈਂ ਆਪਣੇ ਕੋਲੋਂ ਇੱਕ ਵੀ ਸ਼ਬਦ ਕਹਿੰਦਾ। ਗੁਰਬਾਣੀ ਕਹਿੰਦੀ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜ। ਕਹਿੰਦੇ ਇਹਨਾਂ ਤੇ ਰਾਮ ਨਹੀਂ ਖੁਸ਼ ਹੁੰਦਾ ਹੈ। ਹੁਣ ਸਾਡੇ ਤਾਂ ਸਾਰੇ ਰਾਗੀ ਨੇ। ਗੁਰੂ ਨਾਨਕ ਸਾਹਿਬ ਨੇ ਦੇ ਸ਼ਬਦ ਨਾਮ ਦੇ ਨਾਲ ਕਿਤੇ ਵੀ ਰਾਗੀ ਨਹੀਂ ਆਇਆ, ਢਾਡੀ ਸ਼ਬਦ ਆਇਆ। ਇਹ ਵੀ ਇੱਕ ਬਹੁਤ ਵੱਡੀ ਗੱਲ ਹੈ ਕਿ ਢਾਡੀ ਹਾਂ ਮੈਂ ਤੇਰਾ। ਢਾਡੀ ਦੋਨਾਂ ਪਾਸੇ ਸੱਚ ਬੋਲਦਾ। ਜਿਹੜਾ ਗੁਰਮਤਿ ਦਾ ਢਾਡੀ, ਆਹ ਢਾਡੀ ਨਹੀਂ ਜਿਹੜੇ ਇੱਥੇ ਗਾਉਂਦੇ 12, ਇਹ ਤਾਂ ਮਾਇਆ ਵਾਲਿਆਂ ਨੂੰ ਖੁਸ਼ ਕਰਦੇ ਆ। ਤਾਂ ਹੀ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਨਾਨਕ ਦਾਸ ਮੁਖ ਤੇ ਜੋ ਬੋਲਾ, ਇਹਾਂ ਊਹਾਂ ਸੱਚ ਹੋਵੇ। ਢੱਡ ਦੇ ਦੋ ਪਾਸੇ ਆ। ਸ਼ਿਵ ਜੀ ਕੋ ਡਮਰੂ ਹੈ, ਢੱਡ ਨਹੀਂ ਹੈ। ਬਹੁਤ ਕੁਛ ਹੈ ਇਹਨਾਂ ਸ਼ਬਦਾਂ ਦੇ ਵਿੱਚ ਵੀ ਪਾਤਸ਼ਾਹ ਨੇ ਪਾ ਕੇ ਦਿੱਤਾ। ਪਰ ਅਸੀਂ ਤਾਂ ਪਤਾ ਕਰਦੇ ਜੇ ਸਾਡਾ ਇਹ ਵਿਸ਼ਾ ਹੁੰਦਾ ਵੀ ਇਹ ਸ਼ਬਦ ਗੁਰੂ ਨਾਨਕ ਸਾਹਿਬ ਨੇ ਢਾਡੀ ਆਪਣੇ ਆਪ ਨੂੰ ਕਾਹਤੇ ਲਿਖਾਇਆ, ਰਾਗੀ ਕਿਉਂ ਨਹੀਂ ਲਿਖਾਇਆ। ਰਾਗੀ ਤੋਂ ਬਾਅਦ ਬੈਰਾਗੀ ਹੁੰਦਾ, ਬੈਰਾਗੀ ਤੋਂ ਬਾਅਦ ਅਨੁਰਾਗੀ ਹੁੰਦਾ। ਗੁਰੂ ਨਾਨਕ ਸਾਹਿਬ ਉਹਨਾਂ ਰਾਗੀ ਨੇ। ਪਰ ਸਾਡੇ ਸਨਾਤਨ ਮਤ ਦੀ ਕਾਪੀ ਮੁਤਾਬਕ ਰਾਗੀ ਪ੍ਰਚਲਿਤ ਹੈ, ਕਿਉਂਕਿ ਗੁਰਮਤਿ ਨਹੀਂ ਹੈ। ਸੋ ਕੁਦਰਤ ਕਵਣ ਕਹਾ ਚਾਰ, ਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਭਾਵੈ, ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਸੋ ਪਾਤਸ਼ਾਹ ਜੀ ਆਖਦੇ ਹਨ ਕਿ ਜੋ ਜੀਵ ਕੁਦਰਤ ਵਿੱਚ ਹਨ, ਉਹਨਾਂ ਦੀ ਵਿਚਾਰ ਕੀ ਕਰਾਂ ਮੈਂ। ਇਹ ਵੀ ਜੋ ਵਿਚਾਰ ਕੀਤੀ ਹੈ ਉਹ ਆਪ ਜੀ ਨੇ ਹੀ ਕਰਵਾਈ ਹੈ। ਕਹਿੰਦੇ ਕੁਦਰਤ ਕਵਣ ਕਹਾ ਵਿਚਾਰ। ਕੁਦਰਤ ਤਾਂ ਹੁਣ ਬਹੁਤ ਵੱਡੀ ਹੈ, ਹੁਕਮ ਕਿਤੇ ਥੋੜ੍ਹਾ ਚੱਲਦਾ। ਬਹੁਤ ਸ੍ਰਿਸ਼ਟੀਆਂ ਇਹੋ ਜਿਹੀਆਂ ਨੇ ਜਿੱਥੇ ਤੱਕ ਮਨੁੱਖੀ ਬੁੱਧੀ ਨਹੀਂ ਜਾਂਦੀ। ਭਾਵੇਂ ਸੋਝੀ ਹੈ, ਗੁਰੂ ਨਾਨਕ ਸਾਹਿਬ ਨੂੰ ਸਾਰੀ ਸੋਝੀ ਸੀ, ਕਬੀਰ ਸਾਹਿਬ ਜੀ ਪਾਤਸ਼ਾਹ ਨੂੰ ਸਾਰੀ ਸੋਝੀ ਸੀ, ਗੁਰਮੁਖਾਂ ਨੂੰ ਸਾਰੀ ਸੋਝੀ ਹੁੰਦੀ ਹੈ, ਤਿੰਨੇ ਭਵਨਾਂ ਦੀ, ਚੌਥੇ ਦੀ ਵੀ। ਪਰ ਸ਼ਬਦ ਉੱਥੋਂ ਦੀ ਬੋਲ ਕੇ ਦੱਸੋ ਜਿਹੜਾ ਉਹਨਾਂ ਸ਼ਬਦਾਂ ਨੂੰ ਕੋਈ ਜਾਣਦਾ। ਹੁਣ ਆਹ ਸ਼ਬਦ ਅਸੀਂ ਉਹ ਜਾਣਦੇ ਹਾਂ,
ਇਹਨਾਂ ਨੂੰ ਕੋਈ ਪਸ਼ੂ ਥੋੜ੍ਹੇ ਜਾਣਦੇ ਆ, ਜਾਨਵਰ ਨਹੀਂ ਜਾਣਦੇ। ਹੋਰ ਕਿਸੇ ਪਲੈਨਟ ਤੇ ਨਹੀਂ ਬੋਲੀ ਜਾਣੀ ਬੋਲੀ, ਇਹ ਸਿਰਫ ਸਾਡੇ ਲਈ ਹੋਈ ਹੈ, ਕਿਉਂਕਿ ਹੁਕਮ ਸਾਰੇ ਪਾਸੇ ਹੀ ਚੱਲਦਾ। ਤਾਂ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਵੀ ਕੁਦਰਤ ਕਵਣ ਕਹਾ ਵਿਚਾਰ, ਵੀ ਤੁਸੀਂ, ਕਿਉਂਕਿ ਉਹ ਅਣਹੋਣੀਆਂ ਗੱਲਾਂ ਕਰਦੇ ਸੀ ਕਈ, ਵੀ ਜੀ ਐਂ ਪਾਤਸ਼ਾਹ ਕਹਿੰਦੇ ਵੀ ਉਹ ਗੱਲ ਤੁਸੀਂ ਕਿਵੇਂ ਕਰ ਦੋਗੇ, ਤੁਸੀਂ ਫਿਰ ਇਹਨੂੰ ਇੱਥੇ ਸਮਝਾਓ, ਕਿਵੇਂ ਸਮਝਾਓਗੇ? ਫਿਰ ਸਮਝਾਉਣ ਲਈ ਕੋਈ ਸ਼ਬਦ ਹੈ ਨਹੀਂ। ਇਸੇ ਕਰਕੇ ਗੁਰਬਾਣੀ 'ਚ ਮਾਇਆ ਦੇ ਪ੍ਰਮਾਣ ਹੀ ਦਿੱਤੇ ਗਏ। ਇੱਥੋਂ ਦੀ ਜਿਹੜੀ ਰਚਨਾ ਹੈ, ਕੁਦਰਤ ਹੈ, ਇਹਦੇ ਪ੍ਰਮਾਣ ਦੇ ਕੇ ਹੀ ਸਮਝਾਇਆ ਗਿਆ। ਪਰ ਨਾਲ ਪ੍ਰਮਾਣ ਦੇ ਕੇ ਵੀ ਪਾਤਸ਼ਾਹ ਨੇ ਕਹਿੰਦਾ ਵਾਰਿਆ ਨਾ ਜਾਵਾ ਇੱਕ ਵਾਰ, ਕਹਿੰਦੇ ਕੋਈ ਏਡੀ ਸੌਖੀ ਗੱਲ ਨਹੀਂ ਹੈ ਕਿ ਇੱਕ ਵਾਰ ਦੇ ਵਿੱਚ ਹੀ ਮੈਂ ਵਰਣਨ ਕਰ ਦਵਾਂ ਇਹਦਾ। ਪਰ ਫਿਰ ਵੀ ਜਿੰਨਾ ਕੁ ਮੇਰੇ ਤੋਂ ਪਰਮੇਸ਼ਰ ਨੇ ਵਰਣਨ ਕਰਵਾਇਆ ਮੈਂ ਕੀਤਾ ਵੀ ਹੈ। ਇਹਨੂੰ ਤੁਸੀਂ ਵੀ ਵਰਣਨ ਕਰਨਾ ਹੈ, ਇਹਦੀ ਵਿਚਾਰ ਤੁਸੀਂ ਵੀ ਕਰਨੀ ਹੈ। ਜਿਵੇਂ ਜਿਵੇਂ ਤੁਸੀਂ ਵਿਚਾਰ ਕਰੋਗੇ ਤੁਹਾਡੇ ਕੋਲ ਸ਼ਬਦ ਨਵੇਂ ਆਈ ਜਾਣਗੇ। ਜੋਤ ਦਭਾਵੈ ਸਾਈ ਭਲੀ ਕਰ, ਪਰ ਇਸ ਗੱਲ ਦੀ ਨਿਸ਼ਾਨੀ ਰੱਖਿਓ ਕਿ ਜੋਤ ਦਭਾਵੈ, ਇਹ ਗੱਲ ਮਨ 'ਚ ਦ੍ਰਿੜ ਕਰਕੇ ਰੱਖਣੀ ਹੈ ਵੀ ਉਹੀ ਵਿਚਾਰ ਕਰਨੀ ਹੈ ਜਿਹੜੀ ਤੈਨੂੰ ਭਾਉਂਦੀ ਹੋਵੇ। ਤੇਰੇ ਭਾਉਣ ਤੋਂ ਬਿਨਾਂ ਕੋਈ ਵਿਚਾਰ ਨਹੀਂ ਕਰਨੀ। ਗੁਰਬਾਣੀ 'ਚ ਉਹੀ ਗੱਲਾਂ ਲਿਖੀਆਂ ਗਈਆਂ ਨੇ ਜੋ ਪਰਮੇਸ਼ਰ ਨੂੰ ਭਾਉਂਦੀਆਂ ਨੇ। ਸਾਈ ਭਲੀ ਕਾਰ, ਉਹੀ ਕਾਰ ਚੰਗੀ ਹੈ ਜਿਹੜੀ ਸੱਚਖੰਡ ਨੂੰ ਚੰਗੀ ਲੱਗਦੀ ਹੋਵੇ। ਜੇ ਚੀਜ਼ ਸੱਚਖੰਡ 'ਚ ਪ੍ਰਵਾਨ ਨਹੀਂ, ਗੁਰੂ ਨੂੰ ਹੀ ਪ੍ਰਵਾਨ ਨਹੀਂ, ਉਹਨੂੰ ਭਾਵੇਂ ਹੇ ਮੇਰੇ ਮਨਾ ਤੂੰ ਜਿੰਨਾ ਮਰਜ਼ੀ ਕਰੀ ਚੱਲ, ਜਿੰਨੀ ਮਰਜ਼ੀ ਸ਼ਰਧਾ ਰੱਖ ਲੈ, ਜਿੰਨਾ ਮਰਜ਼ੀ ਭਰੋਸਾ ਰੱਖ ਲੈ, ਉਹ ਤੇਰੀ ਕਿਸੇ ਕੰਮ ਨਹੀਂ ਪੈਣੀ, ਕਿਉਂਕਿ ਗੁਰੂ ਨੇ ਪ੍ਰਵਾਨ ਨਹੀਂ ਕੀਤੀ। ਤੂੰ ਸਦਾ ਸਲਾਮਤ ਨਿਰੰਕਾਰ, ਪਰ ਜੇ ਤੂੰ ਸਹੀ ਤਰੀਕੇ ਨਾਲ ਉਸ ਕਾਰ ਨੂੰ ਕਰੀ ਗਿਆ, ਪਾਤਸ਼ਾਹ ਕਹਿੰਦੇ ਤੂੰ ਸਦਾ ਸਲਾਮਤ। ਜਿਸ ਤਰ੍ਹਾਂ ਦਾ ਉਹ ਪਰਮੇਸ਼ਰ ਸਲਾਮਤ ਹੈ, ਹੁਕਮ ਸਲਾਮਤ ਹੈ, ਉਸੇ ਤਰ੍ਹਾਂ ਤੂੰ ਵੀ ਸਲਾਮਤ ਹੋ ਜਾਏਗਾ। ਉਹ ਵੀ ਨਿਰਾਕਾਰ ਹੈ, ਤੂੰ ਵੀ ਨਿਰਾਕਾਰ ਬਣ ਜਾਏਗਾ। ਪਰ ਬਣੇਗਾ ਤਾਂ ਜਦੋਂ ਤੂੰ ਸਲਾਮਤ ਹੋਵੇਂਗਾ। ਕਬੀਰ ਜਾ ਕੇ ਦਿਲ ਸਾਬਤ ਨਹੀਂ, ਤਾਂ ਕੋ ਕਹਾਂ ਖੁਦਾਏ। ਦਿਲ ਸਾਬਤ ਹੋਣਾ ਬਹੁਤ ਜ਼ਰੂਰੀ ਹੈ। ਸੋ ਤੂੰ ਸਦਾ ਸਲਾਮਤ ਨਿਰੰਕਾਰ, ਹੈ ਮੇਰੇ ਮਨਾ ਤੂੰ ਵੀ ਸ਼ੁੱਧ ਸਰੂਪੀ ਹੈ। ਬਸ ਤੇਰੇ ਅੰਦਰ ਭੁੱਖ ਮਾਇਆ ਦੀ ਹੈ, ਉਹ ਭੁੱਖ ਛੱਡ ਦੇ, ਨਾਮ ਦੀ ਭੁੱਖ ਪੈਦਾ ਕਰ ਲੈ। ਤੂੰ ਸਲਾਮਤ ਹੋ ਕੇ ਨਿਰੰਕਾਰ ਬਣ ਕੇ ਆਪਣੇ ਨਿੱਜ ਸਥਾਨ ਦੇ ਉੱਪਰ ਸਦਾ ਲਈ ਵਿਰਾਜਮਾਨ ਹੋ ਜਾਵੇਂਗਾ। ਸੋ ਇੱਥੋਂ ਤੱਕ ਇਹ ਅੱਜ ਦੀ ਵਿਚਾਰ ਸੀ ਜੋ ਗੁਰ ਕਿਰਪਾ ਦੁਆਰਾ ਕੀਤੀ ਗਈ ਹੈ। ਅਗਲੀ ਵਿਚਾਰ ਜੇ ਗੁਰ ਨੇ ਚਾਹਿਆ ਫਿਰ ਕੀਤੀ ਜਾਵੇਗੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।